ਬਹੁਤ ਦਿਨਾਂ ਤੋਂ ਅਸੀਂ ਇਹ ਗੱਲ ਸੁਣ ਰਹੇ ਸੀ ਕਿ ਕੋਈ ਮੀਟਿੰਗ ਹੋਵੇਗੀ, ਕੋਈ ਗੱਲਬਾਤ ਚੱਲੇਗੀ ਤੇ ਇਹ ਜਿਹੜੇ ਕਾਨੂੰਨ ਆ ਉਹਨਾਂ ਦੇ ਉੱਤੇ ਕੋਈ ਫਿਰ ਤੋਂ ਚਰਚਾ ਹੋਵੇਗੀ। 1 ਸਾਲ ਤੋਂ ਲਗਭਗ ਸਾਰਾ ਪੰਜਾਬ ਨਾਲ ਦੀ ਨਾਲ ਪੂਰੇ ਹਿੰਦੁਸਤਾਨ ਦੀਆਂ ਕਿਸਾਨੀ ਸੰਗਠਨ ਜਿਹੜੇ ਨੇ ਉਹ ਇਸ ਅੰਦੋਲਨ ਦੇ ਨਾਲ ਜੁੜੇ। ਜਦੋਂ ਤੁਹਾਡਾ ਦਿਲ ਕਰੇ ਤੁਸੀਂ ਉਹ ਕਾਨੂੰਨ ਲੱਦ ਦਿੱਤੇ, ਲਾਗੂ ਕਰ ਦਿੱਤੇ, ਲਿਆ ਕੇ ਸਾਹਮਣੇ ਰੱਖ ਦਿੱਤੇ। ਕਰੋਨਾ ਦਾ ਦੌਰ ਸੀ, ਟੀਕੇ ਮਿਲ ਨਹੀਂ ਸੀ ਰਹੇ, ਦਵਾਈਆਂ ਮਿਲ ਨਹੀਂ ਸੀ ਰਹੀਆਂ, ਦੁਨੀਆ ਦੇ ਵਿੱਚ ਹਾਹਾਕਾਰ ਮਚੀ ਹੋਈ ਸੀ ਤੇ ਇਸ ਸਰਕਾਰ ਨੂੰ ਇਸ ਗੱਲ ਦਾ ਫਿਕਰ ਸੀ ਕਿ ਇਹਨਾਂ ਕਾਨੂੰਨਾਂ ਨੂੰ ਕਿੰਨੀ ਛੇਤੀ ਤੋਂ ਛੇਤੀ ਪਾਸ ਕਰ ਦਿੱਤਾ ਜਾਵੇ। ਕਿਸੇ ਵੱਡੇ ਲੀਡਰ ਦੀ ਬਿੱਲੀ ਕੁੱਤਾ ਵੀ ਮਰ ਜਾਂਦਾ ਤੇ ਟਵਿੱਟਰ ਜਿਹੜੇ ਆ ਉਹ ਇਹਨਾਂ ਦੇ ਚੱਲਣ ਲੱਗ ਜਾਂਦੇ ਆ। ਸੈਂਕੜਿਆਂ ਹੀ ਮੌਤਾਂ ਦੇ ਉੱਤੇ ਕਿਸੇ ਨੇ ਇੱਕ ਜ਼ੁਬਾਨ ਤੱਕ ਨਹੀਂ ਖੋਲੀ। ਇਸ ਗੱਲ ਦਾ ਜਿਹੜਾ ਆ ਉਹ ਸਾਫ਼ ਪੜਦਾ ਹੁੰਦਾ ਕਿ ਤੁਸੀਂ ਸਾਰੀਆਂ ਹੀ ਗੱਲਾਂ ਜਿਹੜੀਆਂ ਆ ਉਹ ਆਪਣੀ ਮਨ ਕੀ ਬਾਤ ਨਾਲ ਹੀ ਕਰਦੇ ਆ, ਮਨ ਦੀ ਮਰਜ਼ੀ ਨਾਲ ਹੀ ਕਰਦੇ ਆ। 100 ਹੀ ਯੋਜਨਾਵਾਂ ਸ਼ੁਰੂ ਕੀਤੀਆਂ ਤੇ ਸਿਰੇ ਜਿਹੜੀ ਆ ਉਹ ਕੋਈ ਚੰਦ ਕੋਈ ਹੀ ਚੜੀਆਂ। ਪਰ ਜਿਸ ਤਰੀਕੇ ਦੇ ਨਾਲ ਇਹ ਕਾਨੂੰਨ ਵਾਪਸ ਲੈ ਗਏ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹਰਪ੍ਰੀਤ ਜੀ ਕਿ ਇਹ ਬਹੁਤ ਚੰਗੀ ਗੱਲ ਹੋਈ ਜੀ। ਇੱਕ ਅੰਤਹੀਣ ਸੰਘਰਸ਼ ਲੱਗ ਰਿਹਾ ਸੀ, ਇੰਜ ਲੱਗ ਰਿਹਾ ਸੀ ਕਿ ਇਸ ਮੁੱਦੇ ਦਾ ਕੋਈ ਹੱਲ ਨਿਕਲੇਗਾ ਵੀ ਕਿ ਨਹੀਂ ਨਿਕਲੇਗਾ। ਇਹ ਫੈਸਲਾ ਜਿਹੜਾ ਲਿਆ ਇਹਦੇ ਬਾਰੇ ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਇਹ ਜਿਹੜੇ ਕਾਨੂੰਨ ਨੇ ਇਹ ਯੂਪੀ ਚੋਣਾਂ ਤੋਂ ਜਾਂ ਪੰਜਾਬ ਚੋਣਾਂ ਤੋਂ ਪਹਿਲਾਂ ਹੱਲ ਕਰ ਲਏ ਜਾਣਗੇ ਜੀ। ਜਦ ਕਿ ਕਿਸਾਨ ਜਥੇਬੰਦੀਆਂ ਇਸ ਗੱਲ ਦਾ ਤਹਈਆ ਕਰਕੇ ਬੈਠੀਆਂ ਸਨ ਕਿ ਜੇ 24 ਤੱਕ ਵੀ ਚੱਲੇਗਾ ਤਦ ਵੀ ਅਸੀਂ ਚੱਲਾਂਗੇ। MSP ਦੀ ਗਰੰਟੀ ਸਰਕਾਰ ਨਹੀਂ ਲੈ ਸਕਦੀ। ਗਰੰਟੀ ਲੈਣ ਦਾ ਇਹ ਤਾਂ ਕਤਈ ਮਤਲਬ ਨਹੀਂ ਹੈ ਕਿ ਸਰਕਾਰ ਨੂੰ ਹੀ ਸਾਰੀਆਂ ਚੀਜ਼ਾਂ ਖਰੀਦਣੀਆਂ ਪੈਣਗੀਆਂ। ਸਰਕਾਰ ਘੱਟੋ ਘੱਟ ਮੁੱਲ ਤੈਅ ਕਰਦਾ ਤੇ ਕਾਨੂੰਨ ਦੇ ਨਾਲ ਜਾਂ ਇੱਕ ਮਾਹੌਲ ਇਹੋ ਜਿਹਾ ਬਣਾਇਆ ਜਾਵੇ ਕਿ ਜਿਹੜੀ ਵੀ ਕਿਸਾਨ ਦੀ ਉਪਜ ਆ ਉਹਦੇ ਲਈ ਉਹਨੂੰ ਘੱਟੋ ਘੱਟ ਲਾਗਤ ਉਹਨੂੰ ਮਿਲ ਜਾਏ। ਇਹ ਜਿਹੜਾ 9 ਮਾਸ ਦਾ ਰਿਸ਼ਤਾ ਟੁੱਟਿਆ ਸੀ ਉਹਦੀ ਬਿਨਾਂ ਸਿਰਫ ਇਹ 3 ਕਾਨੂੰਨ ਸੀ। ਖਾਸ ਤੌਰ ਤੇ ਪੰਜਾਬ ਦੇ ਲੋਕ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਸੀ ਕਿ ਇਹ ਜਿਹੜਾ ਰਿਸ਼ਤਾ ਆ ਉਹ ਟੁੱਟਿਆ ਨਹੀਂ, ਉੱਪਰੋਂ ਟੁੱਟਿਆ, ਅੰਦਰੋਂ ਹਲੇ ਗੱਲਬਾਤ ਜਿਹੜੀ ਆ ਉਹ ਜਾਰੀ ਆ। ਹਾਲਾਂਕਿ ਬਹਿਸ ਦਾ ਵਿਸ਼ਾ ਆ ਕਿ ਕੀ ਕਿਸੇ ਇਹੋ ਜਿਹੇ ਬੰਦੇ ਨੂੰ ਵੀ ਇਹੋ ਜਿਹੇ ਇਨਾਮ ਮਿਲਣੇ ਚਾਹੀਦੇ ਹਨ। ਪਰ ਜੇਕਰ ਤੁਸੀਂ ਉਸ ਨੂੰ ਇਨਾਮ ਸਿਰਫ ਉਸ ਦੇ ਅਦਾਕਾਰੀ ਕਰਕੇ ਦਿੱਤਾ ਹੈ ਫਿਰ ਤਾਂ ਠੀਕ, ਪਰ ਕੀ ਤੁਸੀਂ ਉਸ ਨੂੰ ਇਨਾਮ ਇਸ ਕਰਕੇ ਦਿੱਤਾ ਹੈ ਕਿ ਤੁਹਾਡੀ ਪਾਰਟੀ ਦੀ ਲਾਈਨ ਦੇ ਉੱਤੇ ਚੱਲ ਕੇ ਉਹ ਬੋਲਦੀ ਹੈ। BJP ਫਾਰਮ ਵਾਲੀ ਜਿਹੜੀ ਸਰਕਾਰ ਆ ਇਹ ਇੱਕ ਖਾਸ ਤਰੀਕੇ ਦੇ ਏਜੰਡੇ ਦੇ ਉੱਤੇ ਕੰਮ ਕਰਦੀ ਹੈ। ਇਹਦੇ ਲਈ ਕੱਲੀ ਕੰਗਣਾ ਰਣਾਵਤ ਨਹੀਂ ਹੈਗੀ, ਉੱਥੇ ਬਹੁਤ ਸਾਰੇ ਸਾਧੂ ਭੇਸ਼ ਦੇ ਵਿੱਚ ਇਹੋ ਜਿਹੇ ਲੋਕ ਬੈਠੇ ਨੇ। ਬਹੁਤ ਸਾਰੀਆਂ ਨੰਗੇ ਪੈਰੀਂ ਤੁਰਨ ਵਾਲੀਆਂ ਸਾਧਵੀਆਂ ਐਸੀਆਂ ਜੇ ਬੈਠੀਆਂ ਨੇ ਜਿਹੜੀਆਂ ਜਦੋਂ ਅਦਾਲਤ ਜਾਣਾ ਹੁੰਦਾ ਤੇ ਆਪਣੇ ਆਪ ਨੂੰ ਫਿਜ਼ੀਕਲੀ ਅਨਫਿਟ ਦੱਸਦੀਆਂ ਨੇ ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਰਾਜਸੀ ਤੇ ਉੱਥੇ ਡਾਂਸ ਕਰਦੀਆਂ ਵੀ ਨਜ਼ਰ ਆਉਂਦੀਆਂ ਨੇ। ਬੋਸ ਬਾਰੇ ਤੇ ਮਹਾਤਮਾ ਗਾਂਧੀ ਬਾਰੇ ਜੋ ਕੁਝ ਬੋਲਦੀ ਆ ਉਹਦੇ ਤੋਂ ਵੀ ਸਮਝ ਲੱਗਦੀ ਆ ਕਿ ਉਹਦੀ ਜਿਹੜੀ ਲਿਆਕਤ ਆ ਉਹ ਕਿਤੇ ਨਹੀਂ ਹੈਗੀ। ਉਹਨੂੰ ਸਿਰਫ ਔਰ ਸਿਰਫ ਇੱਕ ਮੂੰਹ ਦੇ ਤਰੀਕੇ ਨਾਲ ਵਰਤਿਆ ਜਾ ਰਿਹਾ ਵੀ ਤੂੰ ਇੱਕ ਲਾਈਨ ਪਾਰਟਿਕੂਲਰ ਦੇ ਉੱਤੇ ਬੋਲਦੀ ਜਾ। ਤੇ BJP ਦੇ ਵਿੱਚ ਤੇ ਨਥੂਰਾਮ ਗੋਡਸੇ ਨੂੰ ਲੈ ਕੇ ਤੇ ਮਹਾਤਮਾ ਗਾਂਧੀ ਨੂੰ ਲੈ ਕੇ ਵੱਖਰੀਆਂ ਗੱਲਾਂ ਕਹੀਆਂ ਜਾਂਦੀਆਂ ਨੇ। ਨਵੀਆਂ ਬਣੀਆਂ ਹੋਈਆਂ ਪਾਰਟੀਆਂ ਜਿਹੜੀ ਤੁਹਾਡੀ ਆਮ ਆਦਮੀ ਪਾਰਟੀ ਆ ਇਹਨਾਂ ਨੇ ਸੰਵਿਧਾਨ ਦੇ ਵਿੱਚ ਸੋਧ ਕਰਕੇ ਆਪਣੇ ਪ੍ਰਧਾਨ ਨੂੰ ਤੀਸਰੀ ਵਾਰ ਲਈ ਕਨਵੀਨਰ ਦੁਬਾਰਾ ਲਾ ਦਿੱਤਾ ਤੇ ਜਿਹੜੀ ਬੀਬੀ ਲੋਕਤੰਤਰ ਦੀ ਥਾਂ ਤੇ ਡਿਕਟੇਟਰਸ਼ਿਪ ਨੂੰ ਵਧੀਆ ਮੰਨ ਰਹੀ ਆ ਉਹ ਸੋਚੇ ਫਿਰ ਇਹ 5 ਸਾਲ ਵਾਲੇ ਸਾਡੇ ਨਾਲ ਇਹ ਕਹਿਰ ਗੁਜ਼ਾਰਦੇ ਨੇ ਤੇ ਜੇ ਸਾਰੀ ਜ਼ਿੰਦਗੀ ਵਾਲਾ ਕੋਈ ਰਾਜਾ ਬੈਠਾ ਹੋਵੇ ਤੇ ਉਹ ਤੁਹਾਨੂੰ ਬੋਲਣ ਦਿਓ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਤੇ ਆਰ-ਪਾਰ ਦੀ ਚਰਚਾ ਕਰਨ ਲਈ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਚਰਚਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਹੈ ਕਿ ਤਿੰਨੋਂ ਖੇਤੀ ਕਾਨੂੰਨ ਵਾਪਸ ਹੋਣਗੇ। ਇਸ ਬਾਰੇ ਅਸੀਂ ਵਿਸਥਾਰ ਨਾਲ ਚਰਚਾ ਕਰਾਂਗੇ ਤੇ ਨਾਲ ਦੀ ਨਾਲ ਇਹਨਾਂ 3 ਖੇਤੀ ਕਾਨੂੰਨਾਂ ਦੇ ਰੱਦ ਹੋਣ ਨਾਲ ਪੰਜਾਬ ਦੀ ਸਿਆਸਤ ਤੇ ਕੀ ਅਸਰ ਪਏਗਾ, ਕੀ ਬਦਲਾਅ ਆਏਗਾ ਤੇ ਨਾਲ ਹੀ ਕੁਝ ਇਹੋ ਜਿਹੇ ਲੋਕ ਨੇ ਜੋ ਇਹ ਖੇਤੀ ਕਾਨੂੰਨਾਂ ਦੇ ਰੱਦ ਹੋਣ ਦੀ ਖੁਸ਼ੀ ਨਹੀਂ ਮਨਾ ਰਹੇ ਬਲਕਿ ਕਾਫੀ ਜ਼ਿਆਦਾ ਉਹਨਾਂ ਦੇ ਦਿਲ ਵਿੱਚ ਅਫਸੋਸ ਛਾਇਆ ਹੋਇਆ ਹੈ। ਇਹਨਾਂ ਮੁੱਦਿਆਂ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਸ਼ੁਕਰੀਆ ਜੀ ਸ਼ਰਮਾ ਜੀ। ਸਭ ਤੋਂ ਪਹਿਲਾਂ ਅੱਜ ਦੀ ਵੱਡੀ ਖਬਰ ਤੇ ਗੱਲ ਕਰਾਂਗੇ ਕਿ ਅੱਜ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਈਵ ਹੋ ਕੇ ਦੇਸ਼ ਨੂੰ ਸੰਬੋਧਨ ਕੀਤਾ ਗਿਆ ਤੇ ਆਪਣੇ ਸੰਬੋਧਨ ਵਿੱਚ ਉਹਨਾਂ ਨੇ
ਸਿੱਧੇ ਇਹ ਐਲਾਨ ਕੀਤਾ ਕਿ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਜਾਣਗੇ। ਕੀ ਕਹਿਣਾ ਚਾਹੋਗੇ? ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਕਿ ਅੱਜ ਸਵੇਰੇ ਉਹਨਾਂ ਨੇ ਦੇਸ਼ ਨੂੰ ਇੱਕ ਸੰਬੋਧਨ ਕੀਤਾ ਜੀ। ਹੈਰਾਨੀ ਹੋਈ, ਸਾਨੂੰ ਵੀ ਹੋਈ, ਸਾਰਿਆਂ ਨੂੰ ਹੋਈ, ਕਿਉਂਕਿ ਬਹੁਤ ਦਿਨਾਂ ਤੋਂ ਅਸੀਂ ਇਹ ਗੱਲ ਸੁਣ ਰਹੇ ਸੀ ਕਿ ਕੋਈ ਮੀਟਿੰਗ ਹੋਵੇਗੀ, ਕੋਈ ਗੱਲਬਾਤ ਚੱਲੇਗੀ ਤੇ ਇਹ ਜਿਹੜੇ ਕਾਨੂੰਨ ਆ ਉਹਨਾਂ ਦੇ ਉੱਤੇ ਕੋਈ ਫਿਰ ਤੋਂ ਚਰਚਾ ਹੋਵੇਗੀ। ਕਿਉਂਕਿ ਅਸੀਂ ਜੇ ਜ਼ਿਆਦਾ ਪਿੱਛੇ ਨਾ ਵੀ ਜਾਈਏ, ਜੇ ਮੋਟੀ ਗੱਲ ਵੀ ਕਰੀਏ ਤਾਂ 1 ਸਾਲ ਤੋਂ ਲਗਭਗ ਸਾਰਾ ਪੰਜਾਬ, ਹਰਿਆਣਾ, ਯੂਪੀ ਦੇ ਨਾਲ ਦੀ ਨਾਲ ਪੂਰੇ ਹਿੰਦੁਸਤਾਨ ਦੀਆਂ ਕਿਸਾਨੀ ਸੰਗਠਨ ਜਿਹੜੇ ਨੇ ਉਹ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਨੇ। ਮੈਂ ਕੋਈ ਵੱਡੀ ਗੱਲ ਨਾ ਕਹਾਂ ਤੇ ਇਕੱਲੇ ਹਿੰਦੁਸਤਾਨ ਦੇ ਨਹੀਂ, ਸਾਰੀ ਦੁਨੀਆ 'ਚ ਬੈਠੇ ਭਾਰਤੀ, ਸਾਰੀ ਦੁਨੀਆ 'ਚ ਬੈਠੇ ਪੰਜਾਬੀ ਤੇ ਸਾਰੀ ਦੁਨੀਆ ਦੇ ਕਿਸਾਨ ਇਸ ਅੰਦੋਲਨ ਨੂੰ ਦੂਰੋਂ ਦੇਖ ਰਹੇ ਸੀ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਇਸ ਅੰਦੋਲਨ ਦਾ ਅਸਰ ਸਾਰੀ ਦੁਨੀਆ ਦੀ ਖੇਤੀ ਦੇ ਉੱਤੇ ਦੇਖਿਆ ਜਾਵੇਗਾ। ਇਹ ਗੱਲ ਨਿਸ਼ਚਿਤ ਆ ਜੀ। ਆਉਣ ਵਾਲੇ ਸਾਲਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਕਿਤਾਬਾਂ ਇਸ ਵਿਸ਼ੇ ਤੇ ਛਪ ਕੇ ਤੁਹਾਡੇ ਸਾਹਮਣੇ ਆਉਣਗੀਆਂ। ਬਹੁਤ ਸਾਰੇ ਰਿਸਰਚਰ ਅੰਦੋਲਨ ਨੂੰ ਲੈ ਕੇ, ਸਰਕਾਰ ਦੇ ਵਿਰੋਧ ਕਰਨ ਦੇ ਤਰੀਕਿਆਂ ਨੂੰ ਲੈ ਕੇ ਤੇ ਸਰਕਾਰ ਦੀਆਂ ਕੁਝ ਪਾਲਿਸੀਆਂ ਦਾ ਵਿਰੋਧ ਕਰਨ ਲਈ ਸ਼ਾਂਤਮਈ ਅੰਦੋਲਨ ਕਿਵੇਂ ਚੱਲਣੇ ਹਨ, ਕਿਵੇਂ ਚਲਾਉਣੇ ਹਨ, ਇਸ ਚੀਜ਼ ਨੂੰ ਲੈ ਕੇ ਆਉਣ ਵਾਲੇ ਸੈਂਕੜੇ ਸਾਲਾਂ ਤੱਕ ਇਸ ਅੰਦੋਲਨ ਦੀ ਜਿਹੜੀ ਉਦਾਹਰਣ ਆ ਉਹ ਦਿੱਤੀ ਜਾਵੇਗੀ। ਜੇਕਰ ਭਾਰਤ ਸਰਕਾਰ ਦੇ ਪੱਖ ਤੋਂ ਗੱਲ ਕਰੀਏ ਤੇ ਇਸ ਚੀਜ਼ ਨੂੰ ਤੁਸੀਂ ਇਦਾਂ ਸਮਝ ਸਕਦੇ ਆ, ਇੱਕ ਬੜੀ ਮਹੱਤਵਪੂਰਨ ਕੋਟ ਆ ਕਿਸੇ ਵਿਦਵਾਨ ਦੀ ਜੀ ਕਿ ਚਾਹੇ ਰਾਜਸ਼ਾਹੀ ਹੋਵੇ, ਚਾਹੇ ਲੋਕਤੰਤਰ ਹੋਵੇ ਤੇ ਚਾਹੇ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੋਵੇ, ਸਰਕਾਰ ਦੇ ਵਿੱਚ ਫੈਸਲੇ ਜਿਹੜੇ ਆ ਉਹ ਇੱਕ ਵਿਅਕਤੀ ਹੀ ਲੈਂਦਾ ਹੈ। ਅਸੀਂ ਇਹਨੂੰ ਕਈ ਵਾਰ ਨਹੀਂ ਮੰਨਦੇ ਜਾਂ ਦੂਰੋਂ ਦੇਖਦੇ ਹਾਂ ਤੇ ਇਹ ਗੱਲ ਸਮਝ ਨਹੀਂ ਆਉਂਦੀ। ਸਾਨੂੰ ਲੱਗਦਾ ਕਿ ਲੋਕਤੰਤਰ ਆ, 543 MP ਨੇ, ਕੈਬਨਿਟ ਹੈ, 70-75 ਮੰਤਰੀ ਨੇ, ਕੈਬਨਿਟ ਦੀਆਂ ਮੀਟਿੰਗਸ ਹੁੰਦੀਆਂ, PMO ਹੈ, ਸੈਕਟਰੀਜ਼ ਨੇ, ਡਿਪਟੀ ਸੈਕਟਰੀਜ਼ ਨੇ, ਹੋਰ ਬਹੁਤ ਅਹੁਦੇਦਾਰ ਨੇ, ਗਵਰਨਰ ਹਾਊਸ ਨੇ, ਵਿਧਾਨ ਸਭਾਵਾਂ ਨੇ। ਪਰ ਨਹੀਂ, ਜਿਸ ਤਰੀਕੇ ਦੇ ਨਾਲ 16 ਦੇ ਵਿੱਚ ਨੋਟਬੰਦੀ ਦਾ ਫੈਸਲਾ ਆਇਆ ਸੀ, ਜਿਸ ਤਰੀਕੇ ਦੇ ਨਾਲ ਇਹ ਕਾਨੂੰਨ ਰੱਦ ਹੋਣ ਦਾ ਫੈਸਲਾ ਆਇਆ, ਉਸ ਤਰੀਕੇ ਤੋਂ ਇਹ ਲੱਗਦਾ ਕਿ ਇਹ ਜਿਹੜੀ ਕੋਰਟ ਆ ਕਿ ਫੈਸਲੇ ਇੱਕ ਹੀ ਵਿਅਕਤੀ ਕਰਦਾ ਹੈ, ਉਹ ਬਿਲਕੁਲ ਠੀਕ ਜਾਪਦੀ ਹੈ ਜੀ। ਕਨਸੋਆਂ, ਸੂਤਰ, ਅੰਦਰਲੀਆਂ ਖਬਰਾਂ, ਇਹ ਸਾਰੀਆਂ ਜਿਹੜੀਆਂ ਗਿਣਤੀਆਂ ਮਿਣਤੀਆਂ ਸੀ ਉਹ ਇਸ ਮਾਮਲੇ ਦੇ ਵਿੱਚ ਫੇਲ ਨਜ਼ਰ ਆਈਆਂ। ਬਿਲਕੁਲ ਸਵੇਰੇ ਜਦੋਂ ਇਹ ਐਲਾਨ ਹੋ ਗਿਆ, ਮੈਂ ਇਹ ਨਹੀਂ ਕਹਿ ਸਕਦਾ ਕਿ ਕਿਸੇ ਨੂੰ ਵੀ ਬੀਜੇਪੀ 'ਚ ਇਸ ਗੱਲ ਦਾ ਪਤਾ ਨਹੀਂ ਹੋਣਾ। ਬਿਨਾਂ ਸ਼ੱਕ ਕੁਝ ਬੰਦਿਆਂ ਨੂੰ ਪਤਾ ਹੋਵੇਗਾ ਕਿ ਪ੍ਰਧਾਨ ਮੰਤਰੀ ਹੁਣ ਕੈਮਰੇ ਸਾਹਮਣੇ ਆਏ ਤੇ ਉਹਨਾਂ ਨੇ ਕੀ ਬੋਲਣਾ, ਪਰ ਉਹਨਾਂ ਬੰਦਿਆਂ ਦੀ ਗਿਣਤੀ ਬਿਲਕੁਲ 2-4 ਹੀ ਹੋਵੇਗੀ। ਜਿਸ ਤਰੀਕੇ ਨਾਲ ਅਸੀਂ ਬਾਅਦ ਵਿੱਚ ਬੀਜੇਪੀ ਦੇ ਵੱਡੇ ਨੇਤਾਵਾਂ ਦੀਆਂ ਸ਼ਕਲਾਂ ਫੇਸਬੁੱਕ ਤੇ ਜਾਂ ਚੈਨਲਸ ਦੇ ਉੱਤੇ ਦੇਖੀਆਂ, ਸੋਸ਼ਲ ਮੀਡੀਆ ਦੇ ਉੱਤੇ, ਉਸ ਤੋਂ ਇਹ ਜਾਪਦਾ ਕਿ ਉਹਨਾਂ ਨੂੰ ਵੀ ਇਹ ਖਬਰ ਜਿਹੜੀ ਆ ਉਹ ਖਬਰਾਂ ਤੋਂ ਹੀ ਪਤਾ ਜਿਹੜੀ ਆ ਉਹ ਲੱਗੀ ਆ। ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਤੇ ਹਾਸੋਹੀਣੀ ਵੀ ਕਿ ਇਸ ਤਰੀਕੇ ਦੇ ਨਾਲ ਸਰਕਾਰਾਂ ਦੇ ਵਿੱਚ ਫੈਸਲੇ ਹੁੰਦੇ ਨੇ। ਜਦੋਂ ਤੁਹਾਡਾ ਦਿਲ ਕਰੇ ਤੁਸੀਂ ਉਹ ਕਾਨੂੰਨ ਲੱਦ ਦਿੱਤੇ, ਲਾਗੂ ਕਰ ਦਿੱਤੇ, ਲਿਆ ਕੇ ਸਾਹਮਣੇ ਰੱਖ ਦਿੱਤੇ। ਕਰੋਨਾ ਦਾ ਦੌਰ ਸੀ, ਟੀਕੇ ਮਿਲ ਨਹੀਂ ਸੀ ਰਹੇ, ਦਵਾਈਆਂ ਮਿਲ ਨਹੀਂ ਸੀ ਰਹੀਆਂ, ਦੁਨੀਆ ਦੇ ਵਿੱਚ ਹਾਹਾਕਾਰ ਮਚੀ ਹੋਈ ਸੀ ਤੇ ਇਸ ਸਰਕਾਰ ਨੂੰ ਇਸ ਗੱਲ ਦਾ ਫਿਕਰ ਸੀ ਕਿ ਇਹਨਾਂ ਕਾਨੂੰਨਾਂ ਨੂੰ ਕਿੰਨੀ ਛੇਤੀ ਤੋਂ ਛੇਤੀ ਪਾਸ ਕਰ ਦਿੱਤਾ ਜਾਵੇ। ਬਿਲਕੁਲ, ਕਿਉਂ ਜੋ ਕਾਰਪੋਰੇਟ ਸੈਕਟਰ ਤੇ ਸਾਰੀ ਦੁਨੀਆ ਨੂੰ ਇਹ ਗੱਲ ਸਮਝ ਆਈ ਸੀ ਕਿ ਖੇਤੀ ਤੇ ਖੇਤੀ ਦੀਆਂ ਉਪਜਾਂ ਜਿਹੜੀਆਂ ਨੇ ਉਹ ਦੁਨੀਆ ਦੀਆਂ ਸਭ ਤੋਂ ਜ਼ਰੂਰੀ ਚੀਜ਼ਾਂ ਨੇ। ਫਿਰ ਇਹਨਾਂ ਕਾਨੂੰਨਾਂ ਨੂੰ ਪਾਸ ਕਰਨ ਲਈ ਬਿੰਦ ਨਹੀਂ ਲਾਇਆ ਗਿਆ, ਪਲ ਨਹੀਂ ਲਾਇਆ ਗਿਆ। ਮਿੰਟੋ ਮਿੰਟੀ ਲੋਕ ਸਭਾ 'ਚ ਪਾਸ, ਨਾਲ ਦੀ ਨਾਲ ਰਾਜ ਸਭਾ 'ਚ ਪਾਸ, ਜ਼ੁਬਾਨੀ ਵੋਟਾਂ ਰਾਹੀਂ ਤੇ ਰਾਸ਼ਟਰਪਤੀ ਵੱਲੋਂ ਵੀ ਪਾਸ। ਤੇ ਇਸ ਅੰਦੋਲਨ ਨੂੰ ਇੰਨੇ ਬੁਰੇ ਤਰੀਕੇ ਦੇ ਨਾਲ ਨਜ਼ਰਅੰਦਾਜ਼ ਕਰਕੇ ਰੱਖਿਆ। ਜਿਹੜੇ ਅਵਲੋਕਨ ਇਸ ਅੰਦੋਲਨ ਦੇ ਉੱਤੇ ਲਾਏ ਗਏ, ਜਿਹੜੇ ਵਿਸ਼ੇਸ਼ਣਾਂ ਨਾਲ ਅੰਦੋਲਨ ਵਾਲੇ ਲੋਕਾਂ ਨੂੰ ਦੇਖਿਆ ਗਿਆ, ਕਮਿਊਨਿਸਟ, ਅੰਦੋਲਨ ਜੀਵੀ, ਖਾਲਿਸਤਾਨੀ, ਅਯਾਸ਼ ਜੀਵੀ, ਪਤਾ ਨਹੀਂ ਕੀ ਕਿਹਾ ਗਿਆ। ਫੰਡਿੰਗ ਦੀਆਂ ਗੱਲਾਂ ਹੋਈਆਂ, ਛਾਪਿਆਂ ਦੀਆਂ ਗੱਲਾਂ ਹੋਈਆਂ, ਪੰਜਾਬ ਦੇ ਵਿੱਚ ਆੜ੍ਹਤੀਆਂ ਤੇ ਵੀ ਛਾਪੇ ਮਾਰੇ ਗਏ, ਲੀਡਰਾਂ ਦੀ ਵੀ ਦੌੜ ਭੱਜ ਕਰਵਾਈ ਗਈ। ਹੋਰ ਤਾਂ ਹੋਰ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਖੜਨ ਵਾਲੇ ਗਾਇਕਾਂ ਦੇ ਉੱਤੇ ਵੀ ਜਿਹੜੀਆਂ ਈਡੀ ਰੇਡਸ ਜਾਂ ਇਨਕਮ ਟੈਕਸ ਦੇ ਛਾਪਿਆਂ ਦੀ ਜਿਹੜੀ ਗੱਲਬਾਤ ਉਹ ਸਾਹਮਣੇ ਆਈ। ਖੁਦ
26 ਜਨਵਰੀ ਵਾਲੀ ਘਟਨਾ ਤੋਂ ਬਾਅਦ ਸਾਰੀ ਹੀ ਬੀਜੇਪੀ ਨੂੰ ਲੱਗਦਾ ਸੀਗਾ ਕਿ ਇਹ ਮੌਕਾ ਹੀ ਆ ਇਸ ਅੰਦੋਲਨ ਨੂੰ ਜਿੰਨਾ ਨਿੰਦ ਲਈਏ ਉਹਨਾਂ ਚੰਗਾ ਜੀ। ਕਿਤੇ ਕਿਸੇ ਵੱਡੇ ਲੀਡਰ ਦੀ ਬਿੱਲੀ ਕੁੱਤਾ ਵੀ ਮਰ ਜਾਂਦਾ ਤੇ ਟਵਿੱਟਰ ਜਿਹੜੇ ਆ ਉਹ ਇਹਨਾਂ ਦੇ ਚੱਲਣ ਲੱਗ ਜਾਂਦੇ ਆ। ਸੈਂਕੜਿਆਂ ਹੀ ਮੌਤਾਂ ਦੇ ਉੱਤੇ ਕਿਸੇ ਨੇ ਇੱਕ ਜ਼ੁਬਾਨ ਤੱਕ ਨਹੀਂ ਖੋਲੀ, ਅੱਜ ਵੀ ਨਹੀਂ ਖੋਲੀ। ਤੇ ਇਸ ਗੱਲ ਦਾ ਜਿਹੜਾ ਆ ਉਹ ਸਾਫ਼ ਪੜਦਾ ਹੁੰਦਾ ਕਿ ਤੁਸੀਂ ਸਾਰੀਆਂ ਹੀ ਗੱਲਾਂ ਜਿਹੜੀਆਂ ਆ ਉਹ ਆਪਣੀ ਮਨ ਕੀ ਬਾਤ ਨਾਲ ਹੀ ਕਰਦੇ ਆ, ਮਨ ਦੀ ਮਰਜ਼ੀ ਨਾਲ ਹੀ ਕਰਦੇ ਆ। ਪਾਸ ਵੀ ਕਰ ਦਿੱਤੇ, ਜਦੋਂ ਦੇਖਿਆ ਕਿ ਹੁਣ ਕੋਈ ਚਾਰਾ ਨਹੀਂ ਹੈਗਾ ਤੇ ਬਿਲਕੁਲ ਢੀਠਤਾਈ ਦੇ ਨਾਲ ਵਾਪਸ ਆ ਕੇ ਕਹਿ ਦਿੱਤਾ ਕਿ ਕਿਸਾਨਾਂ ਨੂੰ ਅਸੀਂ ਇਹ ਗੱਲ ਸਮਝਾ ਨਹੀਂ ਸਕੇ। ਜੀ ਬਿਲਕੁਲ ਸ਼ਰਮਾ ਜੀ, ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦੀ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਇਹ ਕਿਹਾ ਹੈ ਕਿ ਮੈਂ ਮਾਫੀ ਮੰਗਦਾ ਵਾਂ, ਲੋਕਾਂ ਨੂੰ ਇਹ ਸੁਣ ਗਿਆ, ਪਰ ਅੱਗੋਂ ਵੀ ਉਹਨਾਂ ਨੇ ਇਹ ਕਿਹਾ ਕਿ ਕਿਸ ਕੰਮ ਲਈ ਮਾਫੀ ਮੰਗਦਾ ਕਿ ਅਸੀਂ ਇਹਨਾਂ ਖੇਤੀ ਕਾਨੂੰਨਾਂ ਬਾਰੇ ਲੋਕਾਂ ਨੂੰ, ਕਿਸਾਨਾਂ ਨੂੰ ਸਮਝਾ ਨਹੀਂ ਸਕੇ। ਦੇਖੋ ਗੱਲ ਇਹ ਆ ਕਿ ਜਦੋਂ ਅਸੀਂ ਕਹਿੰਦੇ ਆ ਕਿ ਕੋਈ ਵੱਡਾ ਲੀਡਰ ਬੋਲਦਾ ਤੇ ਉਹਦੇ ਜਿਹੜੇ ਸ਼ਬਦ ਨੇ ਉਹ ਸਿਰਫ ਉਹੀ ਸ਼ਬਦ ਨਹੀਂ ਹੁੰਦੇ ਜਿਹੜੇ ਉਹ ਬੋਲ ਰਿਹਾ ਜੀ, ਉਹ ਤੋਂ ਅੱਗੇ ਜੋ ਉਹ ਬੋਲਣਾ ਚਾਹੁੰਦਾ, ਉਸ ਤੋਂ ਪਿੱਛੇ ਜੋ ਨੇ ਉਹ ਸ਼ਬਦ ਰੱਖ ਲਿਆ ਜਿਹੜੇ ਉਹ ਨਹੀਂ ਬੋਲੇ ਜੀ, ਕਿਹਨਾਂ ਭਾਵਨਾਵਾਂ ਦੇ ਤਹਿਤ ਉਹ ਸ਼ਬਦ ਉਹਨੇ ਬਣਾਏ ਜੀ, ਕਿਹਨਾਂ ਸਥਿਤੀਆਂ ਦੇ ਵਿੱਚ ਉਹਨੇ ਉਹ ਲਾਈਨਾਂ ਜਿਹੜੀਆਂ ਘੜੀਆਂ, ਫਿਰ ਉਹਨਾਂ ਨੂੰ ਜਸਟੀਫਾਈ ਕਰਨ ਲਈ ਉਹਨੇ ਕਿਹੜੇ ਨਾਲ ਵਿਸ਼ੇਸ਼ਣ ਜੋੜੇ ਜੀ, ਉਹਨਾਂ ਨੂੰ ਅਸੀਂ ਤੋੜ ਕੇ ਦੇਖੀਏ ਤੇ ਗੱਲ ਬਿਲਕੁਲ ਸਾਫ਼ ਹੈ ਕਿ ਮੈਂ ਮਾਫੀ ਮੰਗਦਾ। ਕਿਸ ਗੱਲ ਲਈ ਮਾਫੀ ਮੰਗਦੇ, ਉੱਤੇ ਇੱਕ ਪੌਜ਼ ਆ, ਉਹ ਇਹੀ ਦੱਸਦਾ ਕਿ ਮੈਂ ਮਾਫੀ ਮੰਗਦਾ ਕਿ ਮੈਂ ਇਹ ਗਲਤੀ ਕੀਤੀ ਸੀ। ਪਰ ਪ੍ਰਧਾਨ ਮੰਤਰੀ ਆ ਤੇ ਉੱਪਰੋਂ ਪ੍ਰਧਾਨ ਮੰਤਰੀ ਵੀ ਨਰਿੰਦਰ ਦਾਸ ਮੋਦੀ, ਜਿਹੜਾ ਝੁਕਣਾ ਜਾਣਦਾ ਹੀ ਨਹੀਂ, ਜਿਹੜਾ ਕਹਿੰਦਾ ਮੈਂ ਪਿਛਲੇ ਪਾਸੇ ਨੂੰ ਪੈਰ ਪੱਟਿਆ ਹੀ ਨਹੀਂ, ਜਿਹਨੇ ਚਾਹੇ NRC ਤੇ CAA ਪਾਸ ਕਰਤਾ, ਚਾਹੇ ਜੰਮੂ ਕਸ਼ਮੀਰ ਵਰਗੇ ਰਾਜ ਨੂੰ ਤੋੜ ਕੇ ਉੱਥੇ ਲੋਕਤੰਤਰ ਜਿਹੜਾ ਹੈ ਉਹ ਖਤਮ ਕਰ ਦਿੱਤਾ, ਉੱਥੇ ਸਾਲਾਂ ਬੱਧੀ ਕਰਫਿਊ ਲਾ ਕੇ ਰੱਖਿਆ, ਚਾਹੇ 3 ਤਲਾਕ ਨੂੰ ਪਾਸ ਕਰ ਦਿੱਤਾ, ਚਾਹੇ ਉਹ ਰੋਜ਼ ਹੀ ਇੱਕ ਨਵੀਂ ਯੋਜਨਾ, ਕਦੀ 1 ਨੇਸ਼ਨ ਤੇ 1 ਪਾਲਿਸੀ, ਕਦੀ ਸਫਾਈ ਅਭਿਆਨ, ਕਦੀ ਕੁਛ 100 ਹੀ ਯੋਜਨਾਵਾਂ ਸ਼ੁਰੂ ਕੀਤੀਆਂ ਤੇ ਸਿਰੇ ਜਿਹੜੀ ਆ ਉਹ ਕੋਈ ਚੰਦ ਕੋਈ ਹੀ ਚੜੀਆਂ। ਪਰ ਜਿਸ ਤਰੀਕੇ ਦੇ ਨਾਲ ਇਹ ਕਾਨੂੰਨ ਵਾਪਸ ਲੈ ਗਏ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹਰਪ੍ਰੀਤ ਜੀ ਕਿ ਇਹ ਬਹੁਤ ਚੰਗੀ ਗੱਲ ਹੋਈ ਜੀ। ਇੱਕ ਸੰਘਰਸ਼ ਸੀ, ਇੱਕ ਅੰਤਹੀਣ ਸੰਘਰਸ਼ ਲੱਗ ਰਿਹਾ ਸੀ, ਇੰਜ ਲੱਗ ਰਿਹਾ ਸੀ ਕਿ ਇਸ ਮੁੱਦੇ ਦਾ ਕੋਈ ਹੱਲ ਨਿਕਲੇਗਾ ਵੀ ਕਿ ਨਹੀਂ ਨਿਕਲੇਗਾ ਜੀ। ਵੋਟਾਂ ਦੇ ਮੱਦੇਨਜ਼ਰ ਕੱਢਿਆ ਗਿਆ ਜਾਂ ਕਿਸੇ ਆਪਣੇ ਹੋਰ ਮਨੋਰਥਾਂ ਨੂੰ ਸਿੱਧ ਕਰਨ ਲਈ ਇਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਗਿਆ, ਉਹ ਬਹੁਤ ਚੰਗੀ ਗੱਲ ਹੈ। ਪਰ ਇਸ ਚੰਗੀ ਗੱਲ ਤੋਂ ਬਾਅਦ ਵੀ ਸਵਾਲ ਉੱਠਦੇ ਨੇ ਕਿ ਕੀ ਉਸ 1 ਸਾਲ ਨੂੰ ਤੁਸੀਂ ਕਿੱਥੇ ਲਿਜਾ ਕੇ ਰੱਖੋਗੇ ਜੀ? ਉਹਨਾਂ ਲੋਕਾਂ ਨੂੰ ਤੁਸੀਂ ਉਹਨਾਂ ਦਾ 1 ਸਾਲ ਕਿਵੇਂ ਵਾਪਸ ਦਓਗੇ ਜਿਨ੍ਹਾਂ ਨੇ ਉਹ 1 ਸਾਲ ਸੜਕਾਂ ਤੇ ਬਿਤਾਇਆ? 11-12 ਮੀਟਿੰਗਸ ਦੇ ਵਿੱਚ ਜਿੱਦਾਂ ਉਹਨਾਂ ਨੇ ਤੁਹਾਨੂੰ ਮੁੱਦੇ ਸਮਝਾਏ ਤੇ ਫਿਰ ਵੀ ਤੁਹਾਡਾ ਸਵੇਰੇ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਲੱਗੇ ਵੀ ਇਹ ਕਹਿ ਦੇਣਾ ਕਿ ਤੁਹਾਨੂੰ ਅਸੀਂ ਇਹ ਕਾਨੂੰਨ ਸਮਝਾ ਨਹੀਂ ਸਕੇ, ਤੇ ਫਿਰ ਤੁਸੀਂ ਕੋਈ ਹੋਰ ਨਵਾਂ ਮਾਸਟਰ ਲੈ ਆਓ ਜਿਹੜਾ ਇਹਨਾਂ ਕਾਨੂੰਨਾਂ ਨੂੰ ਸਮਝਾ ਸਕੇ। ਫਿਰ ਵੀ ਇਸ ਸਾਰੀ ਕਵਾਇਦ ਤੋਂ ਬਾਅਦ ਵੀ ਬਹੁਤ ਹੀ ਧੰਨਵਾਦ ਹੈ ਇਸ ਸਰਕਾਰ ਦਾ, ਪ੍ਰਧਾਨ ਮੰਤਰੀ ਸਾਹਿਬ ਦਾ ਵੀ, ਕਿ ਉਹਨਾਂ ਇਹਨਾਂ ਨੂੰ ਵਾਪਸ ਜਿਹੜਾ ਹੈ ਜ਼ਰੂਰ ਲੈ ਲਿਆ। ਪਰ ਉਸ ਤੋਂ ਬਾਅਦ ਦੀ ਸਥਿਤੀ ਜਿਹੜੀ ਆ ਉਹਦਾ ਮੁਲਾਂਕਣ, ਉਹਦਾ ਜਾਇਜ਼ਾ, ਉਹਦੇ ਤੇ ਗੱਲਬਾਤ, ਉਹਦੇ ਤੇ ਚਰਚਾ ਸਰਕਾਰ ਨਾਲ ਵੀ ਹੋਵੇਗੀ, ਸਰਕਾਰ ਦੇ ਬਾਹਰ ਵੀ ਇਹ ਹੁੰਦੀ ਰਹੇਗੀ ਕਿ ਇਹਨਾਂ ਤੋਂ ਬਾਅਦ ਦੀ ਜਿਹੜੀ ਸਥਿਤੀ ਆ ਉਹ ਕਿਹੋ ਜਿਹੀ ਬਣਦੀ ਹੈ, ਕੀ ਉਸ ਸਥਿਤੀ ਚੋਂ ਨਿਕਲ ਕੇ ਆਉਂਦਾ ਹੈ, ਕਿਵੇਂ ਦੀਆਂ ਘਟਨਾਵਾਂ ਹੋਰ ਮੂਰਤੀ ਰੂਪ ਲੈਣਗੀਆਂ ਜੀ, ਕੀ MSP ਤੇ ਕਿਵੇਂ ਗੱਲ ਹੋਵੇਗੀ ਜੀ? ਤੁਸੀਂ ਕੁਝ ਕਹਿਣ ਲੱਗੇ ਜੀ? ਨਹੀਂ, ਮੈਂ ਪੁੱਛਣ ਲੱਗੀ ਸੀ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ 1 ਸਾਲ ਬੀਤਿਆ, ਕਿ ਇਸ 1 ਸਾਲ ਦੇ ਦਰਮਿਆਨ ਜੋ ਕੁਝ ਵਾਪਰਿਆ, 700 ਕਿਸਾਨ ਹੈ ਜਿਹੜੇ ਉਹ ਸ਼ਹੀਦ ਹੋ ਗਏ ਤੇ ਹੋਰ ਬਹੁਤ ਕੁਝ ਇਹੋ ਜਿਹਾ ਵਾਪਰ ਗਿਆ ਇਸ ਟਾਈਮ ਦੇ ਵਿੱਚ, ਕਿ ਉਹਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਵੀ ਸਾਡੇ ਜਿਹੜੇ ਲੋਕ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਹੀਂ ਮੰਗਣਗੇ? ਕੀ ਚਾਹੁੰਦੇ ਨੇ ਲੋਕ, ਇਸ ਬਾਰੇ ਅਸੀਂ ਚਰਚਾ ਕਰਾਂਗੇ ਪਰ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਸੋ ਸ਼ਰਮਾ ਜੀ, ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿ ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਕਹਿ ਦਿੱਤੀ ਗਈ ਹੈ, ਪਰ ਇਸ 1 ਸਾਲ ਦੇ ਦਰਮਿਆਨ ਜੋ ਕੁਝ ਲੋਕਾਂ ਨੇ ਆਪਣੇ ਸਰੀਰ ਤੇ ਹੰਡਾਇਆ ਹੈ, ਜੋ ਕੁਝ ਉਹਨਾਂ ਦੇ ਨਾਲ ਵਾਪਰਿਆ, ਕਿ ਲੋਕ ਉਹ ਭੁੱਲ ਚੁੱਕੇ ਹੋਣਗੇ, ਕਿ ਲੋਕ ਉਸ ਦਾ ਹਿਸਾਬ ਨਹੀਂ ਮੰਗਣਗੇ ਜਾਂ ਫਿਰ ਮੋਦੀ ਸਰਕਾਰ ਇਸ ਦੇ ਲਈ ਜਵਾਬਦੇਹ ਨਹੀਂ ਹੈ?
ਦੇਖੋ, ਸਰਕਾਰਾਂ ਜਵਾਬਦੇਹ ਹੁੰਦੀਆਂ ਤਾਂ ਹਨ, ਜੀ ਪਰ ਉਹ ਜਵਾਬ ਕਿੰਨਾ ਕੁ ਦਿੰਦੀਆਂ ਨੇ ਇਹ ਅਸੀਂ ਸਾਰੇ ਜਾਣਦੇ ਹਾਂ। ਜੀ ਕਿੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਜ਼ਾ ਯਾਫਤਾ ਲੋਕ ਜੇਲ੍ਹਾਂ 'ਚ ਬੈਠੇ ਨੇ, ਜਿਨ੍ਹਾਂ ਦੀਆਂ ਸਜ਼ਾ ਪੂਰੀਆਂ ਹੋ ਚੁੱਕੀਆਂ, ਉਹਨਾਂ ਨੂੰ ਛੱਡਦਾ ਕੋਈ ਨਹੀਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਹੀਂ, ਲੱਖਾਂ ਦੀ ਗਿਣਤੀ ਦੇ ਵਿੱਚ ਮੁਕੱਦਮੇ ਚੱਲ ਰਹੇ ਨੇ। ਕਿੰਨੇ ਝੂਠੇ ਨੇ, ਕਿੰਨੇ ਸੱਚੇ ਨੇ, ਅਨਿਆਂ ਕਿੰਨੀ ਦੇਰ ਨਾਲ ਮਿਲ ਰਿਹਾ, ਉਹਦੇ ਬਾਰੇ ਕੋਈ ਪੁੱਛਣ ਵਾਲਾ ਨਹੀਂ। ਕਿੰਨੀਆਂ ਸਰਕਾਰੀ ਸਕੀਮਾਂ ਨੇ ਜਿਹਦੇ ਅਧੀਨ ਲੋਕਾਂ ਨੂੰ ਫਾਇਦੇ ਮਿਲਣੇ ਹੁੰਦੇ ਨੇ, ਕਾਗਜ਼ਾਂ ਦੇ ਵਿੱਚ ਬਹੁਤ ਸਾਫ਼ ਸੁਥਰੀਆਂ ਬਣੀਆਂ ਹੁੰਦੀਆਂ ਨੇ, ਪਰ ਗਰਾਊਂਡ ਤੱਕ ਪਹੁੰਚਦਿਆਂ ਕਿੰਨੀਆਂ ਗੰਦਲੀਆਂ ਹੋ ਜਾਂਦੀਆਂ ਨੇ, ਇਹਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ ਜੀ। ਚਾਹੇ ਮਨਰੇਗਾ ਹੋਵੇ, ਚਾਹੇ ਰਾਸ਼ਨ ਦੀ ਵੰਡ ਹੋਵੇ, ਕਿਸ ਲੈਵਲ ਤੱਕ ਉਹ ਪਹੁੰਚਦੀ ਆ, ਤੇ ਜ਼ਿੰਮੇਵਾਰ ਤੇ ਆਖਿਰ ਸਰਕਾਰਾਂ ਨੂੰ ਹੋਣਾ ਹੁੰਦਾ। ਬਿਲਕੁਲ, ਸਰਕਾਰਾਂ ਦੇ ਜ਼ਿੰਮੇਵਾਰ ਹੋਣ ਦੀ ਗੱਲ ਤੁਸੀਂ ਇਸ ਗੱਲ ਤੋਂ ਦੇਖਦੇ ਆ, ਜਿਹੜੀ ਕਿਸਾਨ ਨਿਧੀ ਯੋਜਨਾ ਆ, ਜਿਹਦੇ 'ਚ ਕਿਸਾਨਾਂ ਨੂੰ 2000 ਰੁਪਏ ਸਾਲ 'ਚ 3 ਵਾਰ ਜਾਂ 4 ਵਾਰ ਦਿੱਤੇ ਜਾਂਦੇ ਆ, ਉਹਦੀ ਗਿਣਤੀ ਹਰ ਵਾਰ ਬਦਲ ਜਾਂਦੀ ਆ, ਔਰ ਬਦਲਾਅ ਵੀ ਉਹਦੇ ਜਿਹੜਾ ਬਦਲਾਅ ਆਉਂਦਾ ਆ ਉਹ ਹਜ਼ਾਰਾਂ ਦੀ ਗਿਣਤੀ 'ਚ ਨਹੀਂ, ਲੱਖਾਂ ਦੀ ਗਿਣਤੀ 'ਚ ਆਉਂਦਾ ਜੀ। ਉਹਦੀ ਜ਼ਿੰਮੇਵਾਰੀ ਕਿਹਦੇ ਕੋਲ ਆ? ਉਹ ਡੇਟਾਬੇਸ ਕੀ ਹਰ 3 ਮਹੀਨੇ ਬਾਅਦ ਜਾਂ ਹਰ 4 ਮਹੀਨੇ ਬਾਅਦ ਕਿਸਾਨਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਫਰਕ ਆ ਜਾਂਦਾ? ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੱਸਦੀਆਂ ਨੇ ਕਿ ਸਰਕਾਰਾਂ ਜ਼ਿੰਮੇਵਾਰ ਤਾਂ ਹਨ, ਪਰ ਸਰਕਾਰਾਂ ਨੂੰ ਜ਼ਿੰਮੇਵਾਰ ਬਣਾਵੇਗਾ ਕੌਣ ਤੇ ਸਰਕਾਰਾਂ ਦੀ ਜ਼ਿੰਮੇਵਾਰੀ ਤੈਅ ਕੌਣ ਕਰੇਗਾ? ਇਹ ਗੱਲ ਜਿਹੜੀ ਆ ਉਹ ਰੋਜ਼ ਸੁਪਰੀਮ ਕੋਰਟ ਕਰਦੀ ਆ ਜੀ, ਰੋਜ਼ ਸਮੇਂ-ਸਮੇਂ ਤੇ ਹਾਈ ਕੋਰਟ ਜਿਹੜੀਆਂ ਉਹ ਕਰਦੀਆਂ ਨੇ, ਪਰ ਫਿਰ ਗੱਲ ਉੱਥੇ ਹੀ ਆ ਕਿ ਉੱਥੇ ਵੀ ਤਰੀਕਾਂ ਹੀ ਮਿਲਦੀਆਂ, ਇਨਸਾਫ ਉੱਥੇ ਵੀ ਨਹੀਂ ਮਿਲਦਾ। ਲੋਕ ਜੋ ਕਰ ਸਕਦੇ ਨੇ ਐਟ ਦਾ ਐਂਡ ਆਫ ਦਾ ਡੇ, ਵੋਟਾਂ ਵਾਲੇ ਦਿਨ ਆਪਣੀ ਵੋਟ ਪਾ ਸਕਦੇ ਨੇ, ਤੇ ਇਹ ਫੈਸਲਾ ਜਿਹੜਾ ਲਿਆ, ਇਹਦੇ ਬਾਰੇ ਅਸੀਂ ਅਕਸਰ ਇਹ ਗੱਲ ਕਰਦੇ ਹਾਂ, ਜਾਂ ਹੁਣ ਵੀ ਗੱਲ ਹੁੰਦੀ ਆ, ਪਹਿਲਾਂ ਵੀ ਇਹ ਗੱਲ ਹੋ ਰਹੀ ਸੀ, ਬਹੁਤ ਸਮੇਂ ਤੋਂ ਇਹ ਗੱਲ ਹੋ ਰਹੀ ਸੀ ਕਿ ਇਹ ਜਿਹੜੇ ਕਾਨੂੰਨ ਨੇ ਇਹ ਯੂਪੀ ਚੋਣਾਂ ਤੋਂ ਜਾਂ ਪੰਜਾਬ ਚੋਣਾਂ ਤੋਂ ਪਹਿਲਾਂ ਹੱਲ ਕਰ ਲਏ ਜਾਣਗੇ ਜੀ। ਜਦ ਕਿ ਕਿਸਾਨ ਜਥੇਬੰਦੀਆਂ ਇਸ ਗੱਲ ਦਾ ਤਹਈਆ ਕਰਕੇ ਬੈਠੀਆਂ ਸਨ ਕਿ ਜੇ 24 ਤੱਕ ਵੀ ਚੱਲੇਗਾ ਤਦ ਵੀ ਅਸੀਂ ਚੱਲਾਂਗੇ, ਤੇ ਉਹ ਵੋਟ ਪਰ ਚੋਟ ਵਾਲੀ ਜਿਹੜੀ ਗੱਲ ਸੀ ਉਹ ਗੱਲ ਵੀ ਸਾਹਮਣੇ ਆਉਂਦੀ ਸੀ, ਅੰਤਰਰਾਸ਼ਟਰੀ ਪੱਧਰ ਤੇ ਹੁੰਦੀ ਬੇਇੱਜ਼ਤੀ ਵੀ ਸਮਝ ਆਉਂਦੀ ਸੀ। ਬਿਲਕੁਲ, ਆਪਣੇ ਹੀ ਦੇਸ਼ ਦੇ ਲੋਕਾਂ ਲਈ ਸੱਤਾਧਾਰੀ ਧਿਰ ਦਾ ਬਿਲਕੁਲ ਸੰਵੇਦਨਾਹੀਣ ਹੋ ਜਾਣਾ ਵੀ ਸਾਹਮਣੇ ਆਉਂਦਾ ਸੀ। ਸੋ ਲੋਕ ਬਹੁਤ ਸਾਰੀਆਂ ਚੀਜ਼ਾਂ ਯਾਦ ਰੱਖਦੇ ਨੇ, ਬਹੁਤ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਬੀਜੇਪੀ ਨੂੰ ਪੰਜਾਬ ਵਿੱਚ ਕਿਵੇਂ ਦੇਖਣਗੇ, ਹਰਿਆਣੇ ਵਿੱਚ ਕਿਵੇਂ ਦੇਖਣਗੇ, ਜਾਂ ਪੂਰੇ ਭਾਰਤ ਵਿੱਚ ਕਿਵੇਂ ਦੇਖਣਗੇ, ਇਹ ਆਉਣ ਵਾਲੇ ਦਿਨਾਂ ਵਿੱਚ ਹੀ ਸਮਝ ਆਵੇਗਾ। ਪਰ ਸਾਰੇ ਹੀ ਲੋਕ ਭੁੱਲ ਜਾਣਗੇ, ਇਦਾਂ ਤਾਂ ਨਹੀਂ ਹੋ ਸਕਦਾ। ਹਾਂ, ਇਹਦਾ ਕੁਝ ਜਿਹੜਾ ਇਫੈਕਟ ਆ ਉਹ ਘਟ ਜ਼ਰੂਰ ਜਾਵੇਗਾ, ਸਮੇਂ ਦੇ ਨਾਲ ਇਫੈਕਟ ਜਿਹੜਾ ਜ਼ਰੂਰ ਪਵੇਗਾ, ਬੀਜੇਪੀ ਨੂੰ ਕੁਝ ਫਾਇਦਾ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਮਿਲੇਗਾ, ਪਰ ਸਾਰਾ ਹੀ ਭੁੱਲ ਜਾਣਗੇ, ਇਦਾਂ ਸੰਭਵ ਨਹੀਂ। ਜੀ ਸ਼ਰਮਾ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਜੇ ਇਹ ਖੇਤੀ ਕਾਨੂੰਨ ਅਸਲ ਵਿੱਚ ਰੱਦ ਹੋ ਜਾਂਦੇ ਨੇ, ਹਜੇ ਤਾਂ ਪ੍ਰਧਾਨ ਮੰਤਰੀ ਵੱਲੋਂ ਇਹ ਕਿਹਾ ਗਿਆ ਹੈ ਕਿ ਫੈਸਲਾ ਵਾਪਸ ਲੈ ਲਿਆ ਜਾਏਗਾ, ਪਰ ਜਿਵੇਂ ਕਿ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਕਹਿ ਰਹੀਆਂ ਨੇ ਕਿ ਜਦੋਂ ਤੱਕ ਇਹ ਅਮਲੀ ਰੂਪ ਵਿੱਚ ਨਹੀਂ ਕੰਮ ਹੋ ਜਾਂਦਾ, ਉਦੋਂ ਤੱਕ ਉਹ ਆਪਣਾ ਅੰਦੋਲਨ ਵੀ ਬੰਦ ਨਹੀਂ ਕਰਨਗੀਆਂ। ਤੇ ਜੇ ਇਹ ਹੋ ਜਾਂਦਾ ਤਾਂ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੀ ਰਾਜਨੀਤੀ ਵਿੱਚ, ਕਿਉਂਕਿ ਸਾਡੇ ਜਿਹੜੇ ਪੰਜਾਬ ਦੇ ਰਾਜਨੀਤਿਕ ਆਗੂ ਨੇ ਉਹ ਕਾਫੀ ਜ਼ਿਆਦਾ ਸਿਆਸੀ ਲਾਹਾ ਇਸ ਸਮੇਂ ਦੇ ਵਿੱਚ ਲੈਂਦੇ ਨਜ਼ਰ ਆਏ ਨੇ, ਤੁਹਾਨੂੰ ਕੀ ਲੱਗਦਾ ਕੀ ਬਦਲਾਅ ਆਉਣ ਦੀ ਸੰਭਾਵਨਾ ਹੈ? ਜੀ ਹਰਪ੍ਰੀਤ ਜੀ, ਤੁਹਾਡੀ ਜਿਹੜੀ ਗੱਲ ਆ ਉਹ ਬਿਲਕੁਲ ਜਾਇਜ਼ ਆ, ਤੁਹਾਡਾ ਸਵਾਲ ਉਸ ਤੋਂ ਵੀ ਜਾਇਜ਼ ਆ। ਹਾਲਾਂਕਿ ਮੈਂ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਭਾਰਤ ਦੇ ਮੁਖੀ ਵੱਲੋਂ, ਪ੍ਰਧਾਨ ਮੰਤਰੀ ਵੱਲੋਂ ਕਹੀ ਹੋਈ ਗੱਲ ਤੇ ਬਿਲਕੁਲ ਯਕੀਨ ਕਰਦਾ ਜੀ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਵਾਪਸ ਲੈ ਲਵਾਂਗੇ, ਤੇ ਉਹ ਬਿਲਕੁਲ ਇਹਨੂੰ ਵਾਪਸ ਲੈਣਗੇ। ਕਾਨੂੰਨ ਵਾਪਸ ਲੈਣ ਦੀ ਪ੍ਰਕਿਰਿਆ ਜਿਵੇਂ ਕਾਨੂੰਨ ਬਣਨ ਦੀ ਆ, ਉਹਦੇ ਉਲਟ ਇੱਕ ਹੋਰ ਕਾਨੂੰਨ ਪਾਸ ਕੀਤਾ ਜਾਵੇਗਾ, ਜਿਹਦੇ 'ਚ ਇਹਨਾਂ ਬਿੱਲਾਂ ਨੂੰ ਰੱਦ ਕਰਕੇ ਪਹਿਲਾਂ ਵਾਲੀ ਸਥਿਤੀ ਨੂੰ ਬਹਾਲ ਕਰ ਦਿੱਤਾ ਜਾਵੇਗਾ ਜੀ। ਅਸੀਂ ਸਾਰੇ ਜਾਣਦੇ ਹਾਂ ਕਿ 29 ਨਵੰਬਰ ਤੋਂ ਸਰਦ ਰੁੱਤ ਦਾ ਸੈਸ਼ਨ ਸ਼ੁਰੂ ਹੋ ਰਿਹਾ, ਤੇ ਇਹ ਵੀ ਜਾਣਦੇ ਹਾਂ ਕਿ ਪਿਛਲੀ ਵਾਰ ਜਨਵਰੀ ਦੇ ਵਿੱਚ ਸਰਦ ਰੁੱਤ ਦਾ ਸੈਸ਼ਨ ਜਿਹੜਾ ਆ ਉਹ ਕਰਵਾਇਆ ਹੀ ਨਹੀਂ ਗਿਆ ਸੀ, ਬਹਾਨਾ ਕਰੋਨਾ ਦਾ ਸੀ, ਪਰ ਸਾਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਸ਼ੋਰ ਸੀ ਕਿ ਇਹ ਕਿਸਾਨ ਅੰਦੋਲਨ ਦੇ ਪ੍ਰਭਾਵ ਹੇਠ ਜਿਹੜਾ ਸੈਸ਼ਨ ਆ ਉਹ ਬੰਦ ਕਰ ਦਿੱਤਾ ਗਿਆ ਜੀ। ਹੁਣ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇਸ ਸੈਸ਼ਨ ਦੇ ਵਿੱਚ ਬਿੱਲ ਲਿਆਵਾਂਗੇ ਤੇ ਇਹਨਾਂ ਬਿੱਲਾਂ ਨੂੰ ਰੱਦ ਕਰਕੇ ਪਹਿਲਾਂ ਵਾਲੀ ਸਥਿਤੀ ਜਿਹੜੀ ਬਰਕਰਾਰ ਕਰਾਂਗੇ, ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਇੱਕ ਕਮੇਟੀ ਦਾ ਗਠਨ ਕਰਕੇ MSP ਨੂੰ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵੱਲ ਵੀ ਜਿਹੜੇ ਕਦਮ ਆ ਉਹ ਪੁੱਟੇ ਜਾਣਗੇ ਜੀ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ MSP ਜਿਹੜੀ ਕਾਨੂੰਨ ਆ ਉਹ ਬਣ ਹੀ ਨਹੀਂ ਸਕਦੀ। ਮੈਂ ਕੋਈ ਆਰਥਿਕ ਮਾਹਰ ਨਹੀਂ, ਪਰ ਅਸੀਂ ਇਸ ਗੱਲ ਨਾਲ ਤਾਂ ਸਹਿਮਤ ਹੋ ਸਕਦੇ ਹਾਂ ਕਿ ਕਿਸੇ ਵੀ ਚੀਜ਼ ਦੀ ਤੁਸੀਂ ਮਿਨੀਮਮ ਸੈਲਿੰਗ ਪ੍ਰਾਈਸ ਜਿਹੜੀ ਆ, ਹਾਲਾਂਕਿ MSP ਦਾ ਮਤਲਬ ਸਪੋਰਟ ਪ੍ਰਾਈਸ ਆ, ਸੈਲਿੰਗ ਪ੍ਰਾਈਸ ਤੁਸੀਂ ਫਿਕਸ ਕਰ ਸਕਦੇ ਆ। ਜੇਕਰ ਕਿਸੇ ਵੀ ਤੁਸੀਂ ਦੁਕਾਨ ਤੇ ਜਾਂਦੇ ਆ, ਕਿਸੇ ਵੀ ਚੀਜ਼ ਦੀ ਤੁਸੀਂ ਇੱਕ ਪ੍ਰਾਈਸ ਫਿਕਸ ਪਾਉਂਦੇ ਆ, ਚਾਹੇ ਕੋਈ
ਕਾਪੀ ਬਣਾਉਂਦਾ, ਚਾਹੇ ਕੋਈ ਬੰਦਾ ਇੱਕ ਪੈਨਸਲ ਹੀ ਬਣਾਉਂਦਾ, ਚਾਹੇ ਕੋਈ ਬੰਦਾ ਇੱਕ ਸੂਈ ਹੀ ਬਣਾਉਂਦਾ, ਉਹਦੀ ਲਾਗਤ, ਉਹਦੇ ਤੇ ਆਪਣਾ ਸਮਾਂ, ਉਹਦੇ ਤੇ ਲੱਗੀ ਹੋਈ ਕੈਪੀਟਲ, ਉਹਦੇ ਵਿੱਚ ਆਪਣੀ ਮੁਨਾਫੇ ਨੂੰ ਸ਼ਾਮਲ ਕਰਕੇ ਹੀ ਉਹਦੀ ਜਿਹੜੀ ਕੀਮਤ ਆ ਉਹ ਤੈਅ ਕਰਦਾ। ਤੇ ਇਸੇ ਤਰੀਕੇ ਦੇ ਨਾਲ ਜੇ MSP ਦੀ ਗਰੰਟੀ ਸਰਕਾਰ ਨਹੀਂ ਲੈ ਸਕਦੀ, ਗਰੰਟੀ ਲੈਣ ਦਾ ਇਹ ਤਾਂ ਕਤਈ ਮਤਲਬ ਨਹੀਂ ਆ ਕਿ ਸਰਕਾਰ ਨੂੰ ਹੀ ਸਾਰੀਆਂ ਚੀਜ਼ਾਂ ਖਰੀਦਣੀਆਂ ਪੈਣਗੀਆਂ। ਸਰਕਾਰ ਘੱਟੋ ਘੱਟ ਮੁੱਲ ਤੈਅ ਕਰਦਾ ਤੇ ਕਾਨੂੰਨ ਦੇ ਨਾਲ ਜਾਂ ਇੱਕ ਮਾਹੌਲ ਇਹੋ ਜਿਹਾ ਬਣਾਇਆ ਜਾਵੇ ਕਿ ਜਿਹੜੀ ਵੀ ਕਿਸਾਨ ਦੀ ਉਪਜ ਆ ਉਹਦੇ ਲਈ ਉਹਨੂੰ ਘੱਟੋ ਘੱਟ ਲਾਗਤ ਉਹਨੂੰ ਮਿਲ ਜਾਏ। ਨਾਲ ਦੀ ਨਾਲ ਕਿਸਾਨੀ ਦੇ ਵਿੱਚ ਜਿਹੜੇ ਲੋੜੀਂਦੇ ਬਦਲਾਵ ਨੇ ਕਿ ਕਿਹੜੀ ਚੀਜ਼ ਬੀਜਣੀ ਆ, ਕਿੱਥੇ ਬੀਜਣੀ ਆ, ਕੀ ਉਹਦੇ ਲਈ ਜਿਹੜਾ ਇਨਫਰਾਸਟ੍ਰਕਚਰ ਆ ਜਾਂ ਪਾਣੀ ਦੀ ਵਰਤੋਂ ਆ ਜਾਂ ਦਵਾਈਆਂ ਦੀ ਵਰਤੋਂ ਆ, ਜਿਹੜੀਆਂ ਸਰਕਾਰ ਨੂੰ ਲੱਗਦੀਆਂ ਕਿ ਕਿਸਾਨ ਜਿੱਥੇ ਗਲਤ ਨੇ ਉਹਦੇ ਲਈ ਵੀ ਇੱਕ ਡੇਟਾਬੇਸ ਬਣਾਇਆ ਜਾ ਸਕਦਾ। ਫਸਲੀ ਡਾਈਵਰਸੀਫਿਕੇਸ਼ਨ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਹੁਣ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਰਾਜਨੀਤੀ ਦੇ ਉੱਤੇ ਉਹਦਾ ਕੀ ਅਸਰ ਪਵੇਗਾ, ਉਹਨੂੰ ਦੇਖਣ ਲਈ ਥੋੜਾ ਜਿਹਾ ਹਾਲੇ ਸਮਾਂ ਲੱਗਣਾ। ਫੇਰ ਵੀ ਜੇਕਰ ਮੋਟੇ-ਮੋਟੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਤੇ ਕਿਉਂਕਿ ਚੋਣਾਂ ਜਿਹੜੀਆਂ ਆ ਬਹੁਤ ਨੇੜੇ ਨੇ ਤੇ ਇੱਥੇ 2 ਜਾਂ 3 ਧਿਰਾਂ ਚੋਣਾਂ ਦੇ ਵਿੱਚ ਬਹੁਤ ਸਰਗਰਮ ਨਜ਼ਰ ਆ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਸੱਤਾ ਤੋਂ ਬਾਹਰ ਆ ਪਿਛਲੇ 5 ਸਾਲ ਤੋਂ, ਉਹਨਾਂ ਨੇ BJP ਨੂੰ ਛੱਡ ਕੇ BSP ਨਾਲ ਗੱਠਜੋੜ ਕਰ ਲਿਆ ਸੀ, ਪਰ ਉਸ ਗੱਠਜੋੜ ਦੇ ਬਾਵਜੂਦ ਵੀ ਉਹ ਹਾਲੇ ਤੱਕ ਧਰਾਤਲ ਤੇ ਜਾਂ ਗਰਾਊਂਡ ਲੈਵਲ ਤੇ ਸਰਗਰਮ ਤਾਂ ਬਹੁਤ ਨੇ ਪਰ ਆਊਟਪੁੱਟ ਉਨੀ ਨਜ਼ਰ ਨਹੀਂ ਆ ਰਹੀ। ਉਹਨਾਂ ਨੇ ਅੱਜ ਇਹ ਵੀ ਖਬਰ ਸੀ ਕਿ ਉਹਨਾਂ ਨੇ ਇੱਕ ਬਹੁਤ ਵੱਡੇ ਰਣਨੀਤੀਕਾਰ ਨੂੰ ਆਪਣੇ ਨਾਲ ਜੋੜਿਆ ਹੋਇਆ ਸੀ, ਜਿਹੜੇ ਕਹਿੰਦੇ ਆ ਕਈ 100 ਕਰੋੜ ਜਾਂ ਕੁਝ ਕਰੋੜ ਰੁਪਏ ਤੱਕ ਵੀ ਉਹਨਾਂ ਤੋਂ ਜਿਹੜੀ ਉਹਨਾਂ ਦੀ ਫੀਸ ਸੀ। ਤੇ ਹੁਣ ਕਨਸੋਆਂ ਇਹ ਵੀ ਆ ਰਹੀਆਂ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਆ ਸੂਤਰਾਂ ਤੋਂ ਖਬਰਾਂ ਇਹ ਵੀ ਆ ਰਹੀਆਂ ਕਿ ਉਹ ਰਣਨੀਤੀਕਾਰ ਵੀ ਸ਼੍ਰੋਮਣੀ ਅਕਾਲੀ ਦਲ ਲਈ ਫੇਲ ਸਾਬਤ ਹੋਇਆ ਤੇ ਸ਼ਾਇਦ ਆਉਣ ਵਾਲੇ ਦਿਨਾਂ 'ਚ ਆਪਣੀ ਸਰਵਿਸ ਜਿਹੜੀ ਆ ਉਹ ਬੰਦ ਕਰਕੇ ਤੇ ਵਾਪਸ ਜਾ ਰਹੇ ਨੇ। ਬੀਤੇ ਦਿਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਦੁਬਾਰਾ ਐਕਟੀਵੇਟ ਕੀਤਾ ਜਾ ਰਿਹਾ ਰਾਜਨੀਤੀ ਦੇ ਵਿੱਚ, ਹਾਲਾਂਕਿ ਉਹ ਬਹੁਤ ਉਮਰਦਰਾਜ਼ ਹੋ ਚੁੱਕੇ ਨੇ। ਬਿਲਕੁਲ। ਹੁਣ ਜੇਕਰ ਇਸ ਅੰਦੋਲਨ ਦੇ ਨਜ਼ਰੀਏ ਦੇ ਨਾਲ ਰਾਜਨੀਤੀ ਦੀ ਗੱਲ ਕਰੀਏ ਤੇ ਇਹ ਜਿਹੜਾ 9 ਮਾਸ ਦਾ ਰਿਸ਼ਤਾ ਟੁੱਟਿਆ ਸੀ ਉਹਦੀ ਬਿਨਾਂ ਸਿਰਫ ਇਹ 3 ਕਾਨੂੰਨ ਸੀ ਤੇ ਨਾਲ ਦੀ ਨਾਲ ਅਸੀਂ ਸਾਰੇ ਹੀ ਲੋਕ, ਖਾਸ ਤੌਰ ਤੇ ਪੰਜਾਬ ਦੇ ਲੋਕ, ਇਹ ਗੱਲ ਕਹਿੰਦੇ ਨਜ਼ਰ ਆਉਂਦੇ ਸੀ ਕਿ ਇਹ ਜਿਹੜਾ ਰਿਸ਼ਤਾ ਆ ਉਹ ਟੁੱਟਿਆ ਨਹੀਂ, ਉੱਪਰੋਂ ਟੁੱਟਿਆ, ਅੰਦਰੋਂ ਹਲੇ ਗੱਲਬਾਤ ਜਿਹੜੀ ਆ ਉਹ ਜਾਰੀ ਆ ਤੇ ਆਪਸ ਦੇ ਵਿੱਚ ਜਿਹੜਾ 9 ਮਾਸ ਆ ਉਹ ਵੱਖਰਾ ਨਹੀਂ ਹੋਇਆ, ਥੋੜਾ ਜਿਹਾ 9 ਉਖੜਿਆ ਜ਼ਰੂਰ ਆ। ਪਰ 9 ਤੇ ਮਾਸ ਦੇ ਕੇਸ ਦੇ ਵਿੱਚ ਅਸੀਂ ਜਾਣਦੇ ਹਾਂ ਹਰਪ੍ਰੀਤ ਜੀ ਕਿ ਥੋੜਾ ਜਿਹਾ ਉਖੜ ਵੀ ਜਾਵੇ ਤੇ ਕੁਝ ਦਿਨਾਂ ਬਾਅਦ ਉਹ ਪਟਿਆ ਜਾਂਦਾ, ਮੁੜ ਕੇ ਜੁੜਦਾ ਨਹੀਂ। ਪਰ ਇਹ ਸਿਆਸੀ 9 ਮਾਸ ਆ, ਹੋ ਸਕਦਾ ਇੱਥੇ ਗੂੰਦ ਕੁਝ ਹੋਰ ਹੋਵੇ ਤੇ ਇੱਥੇ ਜਿਹੜੇ ਟਿਸ਼ੂ ਆ 9 ਦੇ ਮਾਸ ਨਾਲ ਦੁਬਾਰੇ ਜੁੜ ਜਾਣ। ਸੋ ਸੁਗਬਗਾਹਟ ਜਾਂ ਜਿਹੜੀ ਖਬਰ ਆ ਉਹ ਇਹੋ ਜਿਹੀਆਂ ਵੀ ਨੇ ਕਿ ਕਿਉਂਕਿ ਜਿਹੜਾ ਪ੍ਰਮੁੱਖ ਕਾਰਨ ਸੀ ਟੁੱਟ ਦਾ, ਪ੍ਰਮੁੱਖ ਕਾਰਨ ਸੀ ਵਖਰੇਵੇਂ ਦਾ, ਤਲਾਕ ਦਾ, ਕਿਉਂਕਿ ਉਹ ਮਸਲਾ ਹੱਲ ਹੋ ਗਿਆ ਤੇ ਹੋ ਸਕਦਾ ਹੈ ਕਿ ਇਹ ਜਿਹੜਾ ਮਸਲਾ ਆ ਇਹ ਵੀ ਹੱਲ ਹੋ ਜਾਵੇ, ਕਿਉਂਕਿ ਰਾਜਨੀਤੀ ਦੇ ਵਿੱਚ ਅਸੀਂ ਅਕਸਰ ਇਹ ਗੱਲ ਕਹਿੰਦੇ ਆ ਕਿ ਸਭ ਕੁਝ ਸੰਭਵ ਆ ਤੇ ਇਹ ਗੱਲ ਵੀ ਅਸੀਂ ਅਕਸਰ ਰਾਜਨੀਤੀ 'ਚ ਕਹਿੰਦੇ ਆ ਕਿ ਰਾਜਨੀਤੀ ਦੇ ਵਿੱਚ ਸਥਾਈ ਦੋਸਤੀਆਂ ਤੇ ਸਥਾਈ ਦੁਸ਼ਮਣੀਆਂ ਜਿਹੜੀਆਂ ਉਹ ਨਹੀਂ ਹੁੰਦੀਆਂ। ਦੋਸਤੀਆਂ ਤੇ ਦੁਸ਼ਮਣੀਆਂ ਸਥਿਤੀਆਂ ਨੂੰ ਲੈ ਕੇ, ਪ੍ਰਸਥਿਤੀਆਂ ਨੂੰ ਲੈ ਕੇ ਬਦਲਦੀਆਂ ਰਹਿੰਦੀਆਂ ਹਨ। ਜੇ ਅਜਿਹਾ ਨਾ ਹੁੰਦਾ ਤੇ ਲਾਲੂ ਤੇ ਨਿਤਿਸ਼ ਨੂੰ ਕਦੇ ਇਕੱਠਿਆਂ ਨਾ ਦੇਖਿਆ ਜਾਂਦਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤੇ ਵੱਡੀ ਸੰਭਾਵਨਾ ਹੈ ਜਾਂ ਇਦਾਂ ਕਹਿ ਲਓ ਕਿ ਕਿਆਸ ਅਰਾਈ ਹੈ ਜਾਂ ਇਦਾਂ ਕਹਿ ਲਓ ਕਿ ਇੱਕ ਸਾਡੇ ਦਿਮਾਗ ਦਾ ਹੀ ਵਿਚਾਰ ਹੈ ਕਿ ਜੇਕਰ ਸਾਰਾ ਕੁਝ ਠੀਕ ਹੁੰਦਾ ਹੈ, ਸ਼੍ਰੋਮਣੀ ਅਕਾਲੀ ਦਲ ਜਿਹਦੀ ਹਾਲਤ ਬਹੁਤ ਚੰਗੀ ਨਹੀਂ ਹੋ ਰਹੀ ਤੇ BJP ਨੂੰ ਪੰਜਾਬ ਦੀ ਸਿਆਸਤ 'ਚ ਕੁਝ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਉਹਨਾਂ ਨੇ ਪਿਛਲੇ 2-3 ਦਿਨਾਂ ਦੇ ਵਿੱਚ 2-3 ਵੱਡੀਆਂ ਘਟਨਾਵਾਂ ਕਰ ਦਿੱਤੀਆਂ ਨੇ। ਲਾਂਘੇ ਨੂੰ ਦੁਬਾਰਾ ਖੋਲਣ ਦਾ ਐਲਾਨ ਵੀ ਕਰ ਦਿੱਤਾ ਤੇ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਵੀ ਕਰ ਦਿੱਤੀ ਤੇ ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ MSP ਵਰਗੇ ਮੁੱਦੇ ਨੂੰ ਵੀ ਜੇ ਕਮੇਟੀ ਦੇ ਰੂਪ ਦੇ ਵਿੱਚ ਕਿਤੇ ਲੈ ਲਿਆ ਜਾਂਦਾ, ਜੇ ਸਾਰੀਆਂ ਗੱਲਾਂ ਸਮਝ ਆਉਂਦੀਆਂ ਨੇ, ਜੇ ਕਿਸਾਨੀ ਦਾ ਭਲਾ ਕਰਨ ਲਈ ਸਰਕਾਰ ਤੇ ਪਾਰਟੀ ਬਿਲਕੁਲ ਮੁਸਤੈਦ ਹੋਵੇ ਤੇ ਮਸਲਾ ਉਹ ਵੀ ਹੱਲ ਹੋ ਸਕਦਾ ਤੇ ਫਿਰ ਇਹ ਵੀ ਵੱਡੀ ਗੱਲ ਨਹੀਂ ਹੈਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਾਰਟੀਆਂ ਦੁਬਾਰਾ ਇਕੱਠੀਆਂ ਹੋ ਜਾਣ। ਤੇ ਦੂਜੀ ਜਿਹੜੀਆਂ ਗੱਲਾਂ ਨੇ, ਜੇਕਰ ਇਹ ਦੋਨੋਂ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਤੇ ਫਿਰ ਕੈਪਟਨ ਸਾਹਿਬ ਵਾਲੀ ਪਾਰਟੀ ਵੀ ਇਸ ਪਾਸੇ ਜੁੜ ਸਕਦੀ ਹੈ, ਇਹਦੇ 'ਚ ਵੀ ਕੋਈ ਵੱਡੀ ਗੱਲ ਨਹੀਂ। ਜਿੱਥੋਂ ਤੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਤੇ ਜਿਹੜੀਆਂ ਹੋਰ ਇੱਕਾ ਦੁੱਕਾ ਛੋਟੀਆਂ ਪਾਰਟੀਆਂ ਨੇ ਜਾਂ ਜਿਨ੍ਹਾਂ ਨੂੰ ਕਹਿ ਲਈਏ ਕਿ ਹੋਰ ਸਿਆਸੀ ਧਿਰਾਂ ਵੀ ਜਿਹੜੀਆਂ ਉਸਰੀਆਂ ਨੇ, ਉਹਨਾਂ ਦੇ ਵਿੱਚ ਵੀ ਇਸ ਅੰਦੋਲਨ ਨੂੰ ਲੈ ਕੇ ਕਾਫੀ ਚੀਜ਼ਾਂ ਜਿਹੜੀਆਂ ਆ ਉਹਨਾਂ ਵਿੱਚ ਬਦਲਾਵ ਨਜ਼ਰ ਆਵੇਗਾ। 1-2 ਚੀਜ਼ਾਂ ਹੋਰ ਨੇ ਜਿਹੜੀਆਂ ਸਿਆਸਤ ਦੇ ਵਿੱਚ ਬਦਲਾਵ ਲੈ ਕੇ ਆਉਣ ਜਾ ਰਹੀਆਂ ਨੇ। ਖਹਿਰਾ ਸਾਹਿਬ ਇੱਕ ਵੱਡਾ ਨਾਮ ਸੀ, ਉਹਨਾਂ ਦਾ ਅੰਦਰ ਹੋ ਜਾਣਾ। ਸਿਮਰਨਜੀਤ ਸਿੰਘ ਬੈਂਸ ਜਿਹੜੇ ਲੋਕ ਭਲਾਈ ਪਾਰਟੀ ਵਾਲੇ, ਉਹਨਾਂ ਲਈ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਜਾਣੇ
ਤੇ ਸਿੱਟ ਦਾ ਤੇ ਡਰੱਗ ਵਾਲੇ ਕੇਸ ਦੇ ਵਿੱਚ ਮਜੀਠੀਆ ਸਾਹਿਬ ਦਾ ਉਸ ਅਦਾਲਤ ਦੇ ਵਿੱਚ ਫਿਰ ਦਖਲ ਦੇ ਦੇਣਾ, ਜਾ ਕੇ ਇੱਕ ਪਟੀਸ਼ਨ ਪਾ ਦੇਣੀ ਕਿ ਮੈਨੂੰ ਵੀ ਧਿਰ ਬਣਾਓ। ਇਹ ਤਿੰਨ ਹੀ ਵੱਡੇ ਚਿਹਰਿਆਂ ਦਾ ਵੀ ਕੁਝ ਨਾ ਕੁਝ ਸਿੱਟਾ ਜਿਹੜਾ ਆ ਚੋਣਾਂ ਤੋਂ ਪਹਿਲਾਂ ਨਿਕਲ ਸਕਦਾ ਜੀ। ਹੋ ਸਕਦਾ ਹੈ ਕਿ ਇਹੋ ਜਿਹੇ ਹੋਰ ਇੱਕ ਦੋ ਚਿਹਰੇ ਵੀ ਆ ਜਾਣ ਜਿਹੜੇ ਤੁਹਾਨੂੰ ਰਾਜਨੀਤੀ, ਪੰਜਾਬ ਦੀਆਂ ਚੋਣਾਂ ਦੀ ਰਾਜਨੀਤੀ ਤੋਂ ਹੀ ਬਾਹਰ ਨਜ਼ਰ ਆਉਣ। ਤੇ ਕੱਲ ਸੁਖਬੀਰ ਸਿੰਘ ਬਾਦਲ ਦਾ ਇਹ ਐਲਾਨ ਕਰ ਦੇਣਾ ਕਿ ਬੀਬੀ ਬਾਦਲ ਜਿਹੜੇ ਨੇ ਉਹ ਚੋਣ ਨਹੀਂ ਲੜਨਗੇ। ਹੋ ਸਕਦਾ ਹੈ ਜੇ ਗੱਠਜੋੜ ਹੋ ਜਾਏ ਤੇ ਉਹ ਫਿਰ ਤੋਂ ਮੁੜ ਕੇ ਮੋਦੀ ਕੈਬਨਿਟ ਦੇ ਵਿੱਚ ਚਲੇ ਜਾਣ। ਪਰ ਇਹ ਗੱਲ ਜਿਹੜੀ ਆ ਉਹ ਪਾਰਟੀ ਲੈਵਲ ਤੇ ਹੱਲ ਹੁੰਦੀ ਆ ਨਹੀਂ ਹੁੰਦੀ, ਹਾਲੇ ਸਮਾਂ ਦੱਸੇਗਾ। ਪਰ ਕੀ ਪੰਜਾਬ ਦੇ ਲੋਕ ਜਿਹੜੀ ਤੁਸੀਂ ਪਿਛਲੇ ਹਿੱਸੇ 'ਚ ਗੱਲ ਕਰਦੇ ਸੀ ਕਿ ਇਸ ਸਾਰੀ ਚੀਜ਼ ਨੂੰ ਭੁੱਲ ਜਾਣਗੇ, ਉਹ ਵੀ ਇੱਕ ਵੱਡਾ ਮਸਲਾ ਹੋਵੇਗਾ। ਪਰ ਜੇਕਰ ਮੋਦੀ ਸਾਹਿਬ ਇਸ ਕਾਨੂੰਨ ਨੂੰ ਪਾਸ ਕਰਨ ਤੋਂ ਬਾਅਦ ਸਾਲ ਬਾਅਦ ਵਾਪਸ ਆ ਕੇ ਕੈਮਰੇ ਸਾਹਮਣੇ ਕਹਿ ਸਕਦੇ ਨੇ ਕਿ ਮੈਂ ਮਾਫੀ ਮੰਗਦਾ ਹਾਂ ਕਿ ਮੈਂ ਸਮਝਾ ਨਹੀਂ ਪਾਇਆ ਤੇ ਤੁਸੀਂ ਇਹਨੂੰ ਵਾਪਸ ਜ਼ੋਰ ਪਾਇਆ ਤੇ ਮੈਂ ਵਾਪਸ ਲੈ ਲਿਆ, ਤੇ ਫਿਰ ਪਾਰਟੀਆਂ ਕੁਝ ਨਵੇਂ ਗੱਠਜੋੜ ਵੀ ਕਰ ਸਕਦੀਆਂ ਨੇ। ਹੁਣ ਇੱਕ ਗੱਲ ਹੋਰ ਇਹਦੇ 'ਚ ਵੱਡੀ ਆ ਕਿ ਇੱਕ ਹਫ਼ਤੇ ਦੀ ਗੱਲ ਹੈ, ਜੇ 29 ਤਰੀਕ ਦੀ ਅਸੀਂ ਗੱਲ ਕਰੀਏ, ਜਿੱਦਣ ਇਹ ਪਾਸ ਹੁੰਦੇ ਨੇ ਅੰਦੋਲਨ ਵਾਲੇ ਲੋਕ ਵਾਪਸ ਆ ਜਾਣਗੇ ਜਿਵੇਂ ਕਿ ਹਾਲਾਤ ਬਣ ਰਹੇ ਨੇ। ਫਿਰ ਇੱਕ ਨਵੀਂ ਜਿਹੜੀ ਸ਼ੁਰੂਆਤ ਆ ਪੰਜਾਬ ਦੇ ਵਿੱਚ ਰਾਜਨੀਤਿਕ ਦੇ ਨਜ਼ਰੀਏ ਤੋਂ ਹੋ ਜਾਵੇਗੀ। ਹੁਣ ਪੰਜਾਬ ਦਾ ਸਾਰਾ ਮਾਹੌਲ ਜਿਹੜਾ ਆ ਕਿਸਾਨੀ ਅੰਦੋਲਨ ਤੋਂ ਬਾਹਰ ਨਿਕਲ ਕੇ ਇਲੈਕਸ਼ਨ ਵਾਲੀ ਰਾਜਨੀਤੀ ਦੇ ਵਿੱਚ ਆ ਜਾਵੇਗਾ। ਅਗਲੇ ਹਫ਼ਤੇ ਤੋਂ ਜਿਹੜੀਆਂ ਗੱਲਾਂ ਨੇ ਉਹ 2022 ਦੀਆਂ ਚੋਣਾਂ ਦੀਆਂ ਵਧੇਰੇ ਹੋਣਗੀਆਂ, ਜਿਹੋ ਜਿਹਾ ਕਿ ਸਾਰੀਆਂ ਰਾਜਨੀਤਿਕ ਧਿਰਾਂ ਉਮੀਦ ਕਰਦੀਆਂ ਸੀ ਕਿ ਸਾਡੀ ਇੱਧਰੋਂ ਜਾਨ ਛੁੱਟੇ ਤੇ ਅਸੀਂ ਕੈਂਡੀਡੇਟ ਦਾ ਐਲਾਨ ਕਰੀਏ, ਪ੍ਰਚਾਰ ਪ੍ਰਸਾਰ ਤੇ ਜੁਟੀਏ ਤੇ ਪੰਜਾਬ ਦੀ ਜਿਹੜੀ ਗੱਦੀ ਆ ਉਹਦੇ ਤੇ ਬੈਠਣ ਲਈ, ਪਲਾਕੀ ਮਾਰਨ ਲਈ ਜਿਹੜੀ ਛਲਾਂਗਾਂ ਲਾਉਣੀਆਂ ਸ਼ੁਰੂ ਕਰੀਏ। ਜੀ ਸ਼ਰਮਾ ਜੀ, ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਬਾਰੀਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਹਰੇਕ ਵਰਗ, ਭਾਵੇਂ ਉਹ ਵਪਾਰੀ ਵਰਗ ਹੋਵੇ, ਕਿਸਾਨੀ ਹੈ ਜਾਂ ਆਮ ਜਿਹੜੇ ਛੋਟੇ ਰੇੜੀ ਫੜੀ ਵਾਲੇ ਤੱਕ ਵੀ, ਹਰ ਬੰਦਾ, ਕਿਉਂਕਿ ਅੰਨ ਤਾਂ ਹਰ ਇਨਸਾਨ ਖਾਂਦਾ, ਸੋ ਹਰ ਬੰਦਾ ਖੁਸ਼ ਹੈ। ਪਰ ਕੁਝ ਕੁ ਇਹੋ ਜਿਹੇ ਬੰਦੇ ਨੇ ਜਿਹੜੇ ਖੁਸ਼ ਨਹੀਂ, ਜਿਨ੍ਹਾਂ ਵਿੱਚੋਂ ਇੱਕ ਪਹਿਲਾ ਨਾਮ ਸਾਡੀ ਪਦਮ ਸ਼੍ਰੀ ਕੰਗਣਾ ਰਣੌਤ ਦਾ ਵੀ ਆਂਦਾ। ਕੀ ਕਹਿਣਾ ਚਾਹੋਗੇ? ਦੇਖੋ ਜੀ, ਤੁਸੀਂ ਨਾਮ ਲੈ ਦਿੱਤਾ ਪਦਮ ਸ਼੍ਰੀ ਕੰਗਣਾ ਰਣੌਤ ਦਾ, ਤੇ ਅਸੀਂ ਕਈ ਵਾਰ ਇਹੋ ਜਿਹੇ ਇਨਾਮਾਂ ਦੀ ਵੀ ਗੱਲ ਕੀਤੀ ਆ। ਜਦੋਂ ਅਸੀਂ ਅਖਬਾਰਾਂ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਇਸ ਬੰਦੇ ਨੂੰ ਮਿਲਣ ਤੋਂ ਬਾਅਦ ਉਹ ਇਨਾਮ ਵੀ ਖੁਸ਼ ਹੋ ਗਿਆ, ਅਸੀਂ ਇਦਾਂ ਵੀ ਕਹਿੰਦੇ ਆ ਕਿ ਇਸ ਇਨਾਮ ਦੀ ਵੀ ਵੈਲਿਊ ਵੱਧ ਗਈ, ਕਿਉਂਕਿ ਉਹ ਇੱਕ ਐਸੇ ਬੰਦੇ ਨੂੰ ਮਿਲਿਆ ਜਿਹੜਾ ਕਿ ਜੰਗਲਾਂ ਦੀ ਰਾਖੀ ਦਾ ਕੰਮ ਕਰ ਰਿਹਾ ਸੀ, ਜਿਹੜਾ ਕਿ ਆਦੀਵਾਸੀਆਂ ਲਈ ਕੰਮ ਕਰ ਰਿਹਾ ਸੀ, ਜਿਹੜਾ ਕਿ ਕੁਝ ਭੁੱਖੇ ਲੋਕਾਂ ਨੂੰ ਬਹੁਤ ਲੰਬੇ ਸਮੇਂ ਤੋਂ ਰੋਟੀ ਖਵਾ ਰਿਹਾ ਸੀ, ਡਿਜ਼ਰਵ ਕਰ ਰਿਹਾ ਸੀ, ਹਾਈਲੀ ਡਿਜ਼ਰਵ ਕਰ ਰਿਹਾ ਸੀ। ਤੇ ਅਸੀਂ ਇਦਾਂ ਕਹਿੰਦੇ ਆ ਕਿ ਉਸ ਇਨਾਮ ਦੀ ਟੌਰ ਵੱਧ ਗਈ ਉਸ ਆਮ ਜਿਹੇ ਗਲੇ ਦੇ ਵਿੱਚ ਲਟਕ ਕੇ। ਜਿਹੜੀ ਤੁਸੀਂ ਹੁਣ ਗੱਲ ਕੀਤੀ ਕਿ ਕੰਗਣਾ ਰਣਾਵਤ ਦੀ ਗੱਲ ਕੀਤੀ, ਉਹ ਇੱਕ ਘੱਟ ਉਮਰ ਦੀ ਅਭਿਨੇਤਰੀ ਆ। 87 ਦਾ ਉਹਦਾ ਜਨਮ ਆ, 34-35 ਸਾਲ ਦੀ ਉਹਦੀ ਉਮਰ ਆ। ਪ੍ਰਾਪਤੀਆਂ ਉਹਦੇ ਪੱਲੇ ਇਹ ਨੇ ਕਿ ਉਹ ਇੱਕ ਚੰਗੀ ਅਦਾਕਾਰਾ ਹੈ, ਉਹ ਐਕਟਿੰਗ ਕਰਨਾ ਜਾਣਦੀ ਹੈ, ਉਹਦਾ ਕਿੱਤਾ ਹੈ, ਉਹਦੇ ਲਈ ਉਹਨੂੰ ਪੈਸੇ ਮਿਲਦੇ ਹਨ। ਪਹਿਲਾਂ ਤਾਂ ਇਹ ਗੱਲ ਆ ਕਿ ਉਹ ਇੱਕ ਕਿੱਤੇ ਦੀ ਮਾਹਰ ਹੈ, ਤੇ ਇਹ ਹਾਲਾਂਕਿ ਬਹਿਸ ਦਾ ਵਿਸ਼ਾ ਆ ਕਿ ਕੀ ਕਿਸੇ ਇਹੋ ਜਿਹੇ ਬੰਦੇ ਨੂੰ ਵੀ ਇਹੋ ਜਿਹੇ ਇਨਾਮ ਮਿਲਣੇ ਚਾਹੀਦੇ ਹਨ। ਵੱਖਰੀ ਗੱਲ ਹੋ ਜਾਵੇਗੀ, ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਵੇਗੀ। ਪਰ ਜੇਕਰ ਤੁਸੀਂ ਉਸ ਨੂੰ ਇਨਾਮ ਸਿਰਫ ਉਸ ਦੇ ਅਦਾਕਾਰੀ ਕਰਕੇ ਦਿੱਤਾ ਹੈ ਫਿਰ ਤੇ ਠੀਕ ਹੈ, ਪਰ ਕੀ ਤੁਸੀਂ ਉਸ ਨੂੰ ਇਨਾਮ ਇਸ ਕਰਕੇ ਦਿੱਤਾ ਹੈ ਕਿ ਤੁਹਾਡੀ ਪਾਰਟੀ ਦੀ ਲਾਈਨ ਦੇ ਉੱਤੇ ਚੱਲ ਕੇ ਉਹ ਬੋਲਦੀ ਹੈ? ਇਹ ਇੱਕ ਵਾਰ ਨਹੀਂ ਮਸ਼ਹੂਰ ਹੋਈ, ਇਹਨਾਂ ਨੇ ਮਸ਼ਹੂਰ ਹੋਣ ਦਾ ਕੋਈ ਮੌਕਾ ਨਹੀਂ ਛੱਡਿਆ। ਵੱਖੋ ਵੱਖਰੇ ਐਕਟਰਸ ਦੇ ਨਾਲ ਪੁੱਠਾ ਸਿੱਧਾ ਬੋਲਣ ਤੋਂ ਬਾਅਦ ਵੀ ਇਹ ਮਸ਼ਹੂਰ ਰਹੇ ਨੇ। ਇਹਨਾਂ ਦੇ ਘਰ ਦੇ ਨਕਸ਼ੇ ਨੂੰ ਲੈ ਕੇ, ਘਰ ਦੇ ਤੋੜ ਫੋੜ ਨੂੰ ਲੈ ਕੇ ਵੀ ਇਹ ਮਸ਼ਹੂਰ ਰਹੇ ਨੇ। ਇਹਨਾਂ ਨੇ ਬੀਤੇ ਦਿਨੀ ਇੱਕ ਟਵੀਟ ਕੀਤਾ ਸੀ ਜਾਂ ਇੱਕ ਚੈਨਲ ਦੇ ਉੱਤੇ ਗੱਲ ਕੀਤੀ ਸੀ ਕਿ ਭਾਰਤ ਨੂੰ ਆਜ਼ਾਦੀ 2014 ਚ ਮਿਲੀ ਆ, 1947 ਚ ਨਹੀਂ ਸੀ ਮਿਲੀ। ਇਸ ਤੋਂ ਬਾਅਦ ਜੇਕਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹੀ ਗੱਲ ਕਿਸੇ ਹੋਰ ਇਨਸਾਨ ਨੇ ਕਹੀ ਹੁੰਦੀ, ਕਿਸੇ ਹੋਰ ਫੇਮਸ ਪਰਸਨੈਲਿਟੀ ਨੇ ਕਹੀ ਹੁੰਦੀ,
ਤੇ ਉਹਦੇ ਤੇ ਜ਼ਾਹਿਰਾ ਤੌਰ ਦੇ ਉੱਤੇ ਜਿਹੜਾ ਪਰਚਾ ਆ ਉਹ ਦਰਜ ਹੋ ਜਾਣਾ ਸੀ। ਬਿਲਕੁਲ UAPA ਉਹਦੇ ਤੇ ਲੱਗ ਜਾਣਾ ਸੀ। ਜਿਹਾ ਕਿ ਬੀਤੇ ਜਿਹੇ ਇੱਕ ਕਮੈਂਟੇਟਰ ਨੇ ਕੁਝ ਕਿਹਾ ਕਿ ਅਸੀਂ ਉਦਾਂ ਤਾਂ ਵੈਜੀਟੇਰੀਅਨ ਆ, ਪਰ ਜਿਹੜੇ ਵੈਜੀਟੇਰੀਅਨ ਅਗਾਉਂਦੇ ਨੇ ਉਹਨਾਂ ਨਾਲ ਅਸੀਂ ਜ਼ੁਲਮ ਕਰ ਰਹੇ ਹਾਂ, ਤੇ ਉਹਦੇ ਤੇ ਵੀ ਪਰਚਾ ਦਰਜ ਹੋ ਗਿਆ। ਮਣੀਪੁਰ ਦੇ ਵਿੱਚ ਇੱਕ ਫ੍ਰੀਲਾਂਸਰ ਪੱਤਰਕਾਰ ਨੇ ਸਿਰਫ ਇੰਨੀ ਗੱਲ ਕਹੀ ਕਿ ਮਣੀਪੁਰ ਜਲ ਰਿਹਾ ਹੈ, ਕਿਉਂਕਿ ਉੱਥੇ ਦੰਗੇ ਦੀਆਂ ਘਟਨਾਵਾਂ ਹੋ ਰਹੀਆਂ ਸੀ, ਤੇ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ। ਬਹੁਤ ਸਾਰੇ ਹੋਰ ਘਟਨਾਵਾਂ ਨੇ, ਤੁਸੀਂ ਬੀਤੇ 7-8 ਸਾਲ ਦੀਆਂ ਫੋਲ ਕੇ ਦੇਖ ਲਓ। ਗੌਰੀ ਲੰਕੇਸ਼ ਨੂੰ ਮਾਰ ਦੇਣਾ, ਤੇ ਮਹਾਰਾਸ਼ਟਰ ਦੀ ਇੱਕ ਘਟਨਾ ਸੀ ਜਿੱਥੇ ਲੋਕ ਇਕੱਠੇ ਹੁੰਦੇ ਸੀ ਭੀਮ ਰਾਓ ਅੰਬੇਦਕਰ ਦੇ ਦਿਨ ਦੇ ਉੱਤੇ, ਜਯੰਤੀ ਮਨਾਉਂਦੇ ਸੀ, ਤੇ ਉੱਥੇ ਬਹੁਤ ਸਾਰੇ ਪਰਚੇ ਦਰਜ ਕਰ ਦਿੱਤੇ ਗਏ। ਬਹੁਤ ਸਾਰੇ ਲੋਕ ਜੇਲ੍ਹਾਂ ਦੇ ਵਿੱਚ 80-80 ਸਾਲ ਦੇ ਬਜ਼ੁਰਗ ਵੀ ਮਾਰ ਦਿੱਤੇ ਗਏ, ਜੇਲ੍ਹਾਂ ਦੇ ਵਿੱਚ ਮਰ ਗਏ। ਬੀਤੇ ਦਿਨੀ ਸਲਮਾਨ ਖੁਰਸ਼ੀਦ ਜਿਨ੍ਹਾਂ ਨੇ ਇੱਕ ਅਯੋਧਿਆ ਦੇ ਉੱਪਰ ਛੋਟਾ ਜਿਹਾ ਟਵੀਟ ਕੀਤਾ, ਹਾਲਾਂਕਿ ਉਹਨਾਂ ਨੇ ਆਪਣੇ ਆਪ ਨੂੰ ਕਲੈਰੀਫਾਈ ਕਰਨ ਦੇ ਲਈ, ਬਲਕਿ ਉਹਨਾਂ ਨੇ ਜਸਟ ਲੋਕਾਂ ਨੂੰ ਇੱਕ ਸਮਝਾਉਣ ਦੇ ਲਈ ਗੱਲ ਕੀਤੀ, ਤੇ ਉਸ ਤੋਂ ਬਾਅਦ ਉਹਨਾਂ ਤੇ FIR ਦਰਜ ਕਰ ਦਿੱਤੀ ਗਈ। ਦੇਖੋ, ਸਲਮਾਨ ਖੁਰਸ਼ੀਦ ਨੂੰ ਅਸੀਂ ਇਸ ਕੈਟਾਗਰੀ ਵਿੱਚ ਨਹੀਂ ਰੱਖੀਏ, ਕਿਉਂਕਿ ਉਹਨਾਂ ਨੇ ਜਿਹੜੀ ਆਪਣੀ ਕਿਤਾਬ ਦੇ ਵਿੱਚ ਚੈਪਟਰ ਇੱਕ ਲਿਖਿਆ, ਉਹਦੇ 'ਚ ਉਹਨਾਂ ਨੇ ਸਾਰੇ ਹਿੰਦੂਆਂ ਨੂੰ ISI ਵਰਗੇ ਦੱਸਿਆ। ਉਹਨਾਂ ਨੇ ਹਿੰਦੂ ਧਰਮ ਦੀ ਗੱਲ ਕਰਕੇ ਕਿਹਾ ਕਿ ਜਿਹੜੇ ਭਾਰਤ ਦੇ ਜਿਹੜੇ ਇਸ ਵੇਲੇ ਦੇ ਹਿੰਦੂ ਨੇ ਉਹ ISI ਵਾਂਗ ਬਿਹੇਵ ਕਰ ਰਹੇ ਨੇ। ਸੋ ਉਹ ਇੱਕ ਵੱਖਰਾ ਵਿਸ਼ਾ ਹੈ। ਉਹ ਗੱਲ ਤੁਹਾਡੀ ਠੀਕ ਹੈ ਕਿ ਉਹਨੇ ਆਪਣੀ ਭਾਵਨਾ ਵਿਅਕਤ ਕੀਤੀ ਹੈ। ਜੇ ਭਾਰਤ ਦੇ ਹਿੰਦੂ ਮੁਸਲਮਾਨਾਂ ਨੂੰ ਬੁਰਾ ਕਹਿ ਸਕਦੇ ਨੇ, ਤੇ ਕੋਈ ਲੇਖਕ ਹਿੰਦੂਆਂ ਨੂੰ ਵੀ ਕੁਝ ਕਹਿ ਸਕਦਾ ਹੈ। ਪਰ ਕੰਗਣਾ ਰਾਣਾਵਤ ਦੇ ਬਾਰੇ ਦੇ ਵਿੱਚ ਜੇਕਰ ਉਹ ਗੱਲ ਕਰੀਏ ਕਿ ਉਹਨੇ 2014 ਦੇ ਵਿੱਚ ਆਜ਼ਾਦੀ ਨੂੰ ਮਿਲੀ ਹੋਈ ਦੱਸਿਆ, ਤੇ 1947 ਚ ਜਿਹੜੀ ਮਿਲੀ ਸੀ ਆਜ਼ਾਦੀ ਉਹਨੂੰ ਭੀਖ ਦੱਸਿਆ, ਤੇ ਉਹਦੇ ਲਈ ਫਿਰ ਉਹ ਮਹਾਤਮਾ ਗਾਂਧੀ ਬਾਰੇ ਕੀ ਕਹਿਣਾ ਚਾਹੁੰਦੀ ਆ, ਭਗਤ ਸਿੰਘ ਬਾਰੇ ਕੀ ਕਹਿਣਾ ਚਾਹੁੰਦੀ ਆ, ਤੇ BJP ਦੀ ਵੱਡੀ ਲੀਡਰਸ਼ਿਪ ਜਿਹੜੀ ਅਟਲ ਬਿਹਾਰੀ ਵਾਜਪੇਈ ਬਾਰੇ ਉਹ ਕੀ ਕਹਿਣਾ ਚਾਹੁੰਦੀ ਆ, ਲਾਲ ਕ੍ਰਿਸ਼ਨ ਅਡਵਾਨੀ ਬਾਰੇ ਉਹ ਕੀ ਕਹਿਣਾ ਚਾਹੁੰਦੀ ਆ, ਸ਼ਿਆਮਾ ਪ੍ਰਸਾਦ ਮੁਖਰਜੀ ਬਾਰੇ ਕੀ ਕਹਿਣਾ ਚਾਹੁੰਦੀ ਆ, ਗੁਰੂ ਗੋਲਵਲਕਰ ਬਾਰੇ ਕੀ ਕਹਿਣਾ ਚਾਹੁੰਦੀ ਆ, ਉਹ ਸਾਰੇ ਉਸ ਕਟਹਿਰੇ 'ਚ ਖੜੇ ਹੁੰਦੇ ਨੇ। ਪਰ ਹੈਰਾਨੀ ਦੀ ਗੱਲ ਆ ਕਿ ਉਸ ਨੂੰ ਨਵਾਂ ਪਦਮ ਸ਼੍ਰੀ ਮਿਲਿਆ, ਤੇ ਉਹਨੇ ਇੰਨੀ ਵੱਡੀ ਗੱਲ ਕਹੀ, ਪਰ ਉਹਦਾ ਕਿਸੇ ਵੀ BJP ਦੇ ਲੀਡਰ ਨੇ ਉਹਦਾ ਮੂੰਹ ਮੋੜਨ ਦੀ ਗੱਲ ਜਿਹੜੀ ਆ ਉਹ ਨਹੀਂ ਕੀਤੀ। ਇਸੇ ਕਰਕੇ ਅਸੀਂ ਬਾਰ-ਬਾਰ ਕਹਿੰਦੇ ਆ ਕਿ BJP ਫਾਰਮ ਵਾਲੀ ਜਿਹੜੀ ਸਰਕਾਰ ਆ, ਇਹ ਇੱਕ ਖਾਸ ਤਰੀਕੇ ਦੇ ਏਜੰਡੇ ਦੇ ਉੱਤੇ ਕੰਮ ਕਰਦੀ ਆ। ਇਹਦੇ ਲਈ ਕੱਲੀ ਕੰਗਣਾ ਰਾਣਾਵਤ ਨਹੀਂ ਹੈਗੀ, ਉੱਥੇ ਬਹੁਤ ਸਾਰੇ ਸਾਧੂ ਭੇਸ਼ ਦੇ ਵਿੱਚ ਇਹੋ ਜਿਹੇ ਲੋਕ ਬੈਠੇ ਨੇ। ਬਹੁਤ ਸਾਰੀਆਂ ਨੰਗੇ ਪੈਰੀ ਤੁਰਨ ਵਾਲੀਆਂ ਸਾਧਵੀਆਂ ਐਸੀਆਂ ਜੇ ਬੈਠੀਆਂ ਨੇ ਜਿਹੜੀਆਂ ਜਦੋਂ ਅਦਾਲਤ ਜਾਣਾ ਹੁੰਦਾ ਤੇ ਆਪਣੇ ਆਪ ਨੂੰ ਫਿਜ਼ੀਕਲੀ ਅਨਫਿਟ ਦੱਸਦੀਆਂ ਨੇ, ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਰਾਜਸੀ ਤੇ ਉੱਥੇ ਡਾਂਸ ਕਰਦੀਆਂ ਵੀ ਨਜ਼ਰ ਆਉਂਦੀਆਂ ਨੇ। ਉਹ ਸਾਰਿਆਂ ਦੇ ਜਿਹੜੇ ਮੂੰਹ ਨੇ ਉਹ ਇੱਕ ਖਾਸ ਤਰ੍ਹਾਂ ਦੀ ਬਿਮਾਰੀ ਤੋਂ ਗ੍ਰਸਤ ਨੇ, ਤੇ ਜਦੋਂ ਵੀ ਉਹ ਬੋਲਦੇ ਨੇ ਉਹ ਪਾਰਟੀ ਲਾਈਨ ਤੇ ਹੀ ਬੋਲਦੇ ਨੇ। ਇੱਥੇ ਹੀ ਕੰਗਣਾ ਰਾਣਾਵਤ ਨੇ ਬੱਸ ਨਹੀਂ ਕੀਤੀ। ਰਾਣਾਵਤ ਜਾਂ ਰਣੌਤ ਕੀ ਉਹਦਾ ਨਾਮ ਹੈ, ਉਹ ਹਿਮਾਚਲ ਪ੍ਰਦੇਸ਼ ਤੋਂ ਨੇ। ਉਹਨਾਂ ਦੀ ਜਿਹੜੀ ਕਾਸਟ ਆ ਉਹ ਬੋਲਣ ਦੇ ਵਿੱਚ, ਲਿਖਣ ਦੇ ਵਿੱਚ ਪੰਜਾਬੀ ਹਿੰਦੀ ਦੇ ਵਿੱਚ ਵੱਖਰੇ ਸ਼ਬਦ ਉਹਦੇ ਲਈ ਵਰਤੇ ਜਾਂਦੇ ਨੇ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਤੇ ਸੁਭਾਸ਼ ਚੰਦਰ ਬੋਸ, ਤੁਸੀਂ ਇਹਨਾਂ ਦੋਨਾਂ ਦੇ ਪੈਰੋਕਾਰ ਨਹੀਂ ਹੋ ਸਕਦੇ। ਪਤਾ ਨਹੀਂ ਬੀਬੀ ਨੇ ਕਿਹੜੀ ਕਿਤਾਬ ਪੜ੍ਹੀ ਆ, ਤੇ ਪਤਾ ਨਹੀਂ ਬੀਬੀ ਨੂੰ ਕਿਸ ਹਿਸਟਰੀ ਵਾਲੇ ਨੇ ਪੜ੍ਹਾਇਆ, ਕਿਸੇ ਨੇ ਪੜ੍ਹਾਇਆ ਵੀ ਆ ਜਾਂ ਉਹਨੇ ਸਾਰੀ ਜਿਹੜੀ ਜਾਣਕਾਰੀ ਆ ਉਹ BJP ਦੀ IT ਟੀਮ ਤੋਂ ਹੀ ਲੈ ਲਈ ਆ। ਇਹ ਕੈਸੀ ਮਾਨਸਿਕਤਾ ਆ। ਇੱਥੇ ਉਸ ਬੀਬੀ ਦਾ ਕਸੂਰ ਘੱਟ ਆ, ਇਹਨਾਂ ਦੀ IT ਟੀਮ ਦਾ ਕਸੂਰ ਜ਼ਿਆਦਾ ਆ। ਇਹ ਪਿਛਲੇ 7-8 ਸਾਲ ਤੋਂ ਨਹਿਰੂ ਨੂੰ ਤੇ ਪਟੇਲ ਨੂੰ ਵੱਖ-ਵੱਖ ਦੱਸ ਰਹੇ ਨੇ, ਜਦ ਕਿ ਜੇ ਇਹਨਾਂ ਨੇ ਨਹਿਰੂ ਤੇ ਪਟੇਲ ਦੀਆਂ ਆਪਸ ਦੇ ਵਿੱਚ ਚਿੱਠੀਆਂ ਪੜ੍ਹੀਆਂ ਹੋਣ, ਜਾਂ ਨਹਿਰੂ ਦੀ ਪਟੇਲ ਬਾਰੇ ਗੱਲਬਾਤ ਮਹਾਤਮਾ ਗਾਂਧੀ ਨਾਲ ਕੀ ਹੁੰਦੀ ਆ, ਤੇ ਪਟੇਲ ਨਹਿਰੂ ਬਾਰੇ ਗਾਂਧੀ ਨੂੰ ਕੀ ਕਹਿੰਦੇ ਨੇ, ਜੇ ਇਹਨਾਂ ਨੇ ਉਹ ਸੁਣੀਆਂ ਹੋਣ, ਤੇ ਫਿਰ ਇਹਨਾਂ ਨੂੰ ਪਤਾ ਲੱਗੇ ਕਿ ਉਹ ਲੋਕ ਇੱਕ ਦੂਸਰੇ ਨਾਲ ਵਿਚਾਰਕ ਮਤਭੇਦ ਦੇ ਹੁੰਦੇ ਵੀ ਕਿੰਨੀ ਗੂੜਤਾ ਨਾਲ ਜੁੜੇ ਹੋਏ ਸੀ। ਫਿਰ ਇਹਨਾਂ ਨੂੰ ਪਤਾ ਲੱਗੇ। ਪਰ ਫਿਰ ਉਸ ਤੋਂ ਬਾਅਦ ਉਹ ਬੀਬੀ ਜਿਹੜੀ ਆ ਉਹ ਬੋਸ ਬਾਰੇ ਤੇ ਮਹਾਤਮਾ ਗਾਂਧੀ ਬਾਰੇ ਜੋ ਕੁਝ ਬੋਲਦੀ ਆ, ਉਹਦੇ ਤੋਂ ਵੀ ਸਮਝ ਲੱਗਦੀ ਆ ਕਿ ਉਹਦੀ ਜਿਹੜੀ ਲਿਆਕਤ ਆ ਉਹ ਕਿਤੇ ਨਹੀਂ ਹੈਗੀ। ਉਹਨੂੰ ਸਿਰਫ ਔਰ ਸਿਰਫ ਇੱਕ ਮੂੰਹ ਦੇ ਤਰੀਕੇ ਨਾਲ ਵਰਤਿਆ ਜਾ ਰਿਹਾ ਵੀ ਤੂੰ ਇੱਕ ਲਾਈਨ ਪਾਰਟਿਕੂਲਰ ਦੇ ਉੱਤੇ ਬੋਲਦੀ ਜਾ। ਤੇ BJP ਦੇ ਵਿੱਚ ਤੇ ਨਥੂਰਾਮ ਗੋਡਸੇ ਨੂੰ ਲੈ ਕੇ ਤੇ ਮਹਾਤਮਾ ਗਾਂਧੀ ਨੂੰ ਲੈ ਕੇ ਵੱਖਰੀਆਂ ਗੱਲਾਂ ਕਹੀਆਂ ਜਾਂਦੀਆਂ ਨੇ। ਬਿਲਕੁਲ ਉਸੇ ਤਰੀਕੇ ਜਿਸ ਤਰੀਕੇ ਪੰਜਾਬ ਦਾ ਅਕਾਲੀ ਦਲ ਪੰਜਾਬ ਦੇ ਅੱਤਵਾਦ ਦੇ ਸਮੇਂ ਦੇ ਵਿੱਚ ਦੋਨੋਂ ਧਿਰਾਂ ਦੇ ਨਾਲ ਪੈਰ ਰੱਖ ਕੇ ਚੱਲਦਾ ਰਿਹਾ। ਇਹ ਦੂਜੇ ਪਾਰਟੀਆਂ ਜਿਹੜੀ ਦੂਜੇ ਧਿਰ ਸੀ, ਜਿਹੜੀ ਸਰਕਾਰ ਦੇ ਖਿਲਾਫ ਧਿਰ ਚੱਲਦੀ ਸੀ, ਉਹਨਾਂ ਨੂੰ ਵੀ ਸ਼ਹੀਦ ਕਹਿੰਦਾ ਸੀ ਤੇ ਪੁਲਿਸ ਦੇ ਸਮਾਗਮਾਂ ਦੇ ਵਿੱਚ ਵੀ ਜਾਂਦੇ ਸੀ। ਜਦੋਂ ਤੁਸੀਂ ਇਹੋ ਜਿਹੀਆਂ ਘਟਨਾਵਾਂ ਕਰਦੇ ਆ, ਫੇਰ ਹੀ ਤੁਸੀਂ ਲੋਕਾਂ ਤੋਂ ਦੂਰ ਹੁੰਦੇ ਆ, ਤੇ ਫੇਰ ਹੀ ਤੁਹਾਨੂੰ ਬਾਅਦ ਵਿੱਚ ਵੋਟਾਂ ਲਈ ਤਰਸਣਾ ਪੈਂਦਾ। ਹੁਣ ਬੀਬੀ ਨੇ ਅੱਜ 19 ਨਵੰਬਰ ਇੰਦਰਾ ਗਾਂਧੀ ਦੇ ਜਨਮ ਦਿਨ ਦੇ ਉੱਤੇ ਵੀ ਵਧਾਈ ਦਿੱਤੀ ਆ। ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਕਿ ਤੁਸੀਂ ਬਹੁਤ ਸਟਰੋਂਗ ਲੀਡਰ ਸੀ ਤੇ ਤੁਸੀਂ ਵਿਰੋਧ ਦਾ ਮੁਕਾਬਲਾ ਲਾਠੀ ਨਾਲ ਕਰਦੇ ਸੀ। ਤੇ ਉਹਨਾਂ ਨੇ ਸੈਡ ਤੇ ਸ਼ੇਮਫੁਲ ਵੀ ਮਹਿਸੂਸ ਕੀਤਾ ਕਿ ਪ੍ਰਧਾਨ ਮੰਤਰੀ ਨੇ ਉਹ ਜਿਹੜੇ ਕਾਨੂੰਨ ਨੇ ਉਹ ਵਾਪਸ ਕਿਉਂ ਲੈ ਲਏ। ਤੇ ਉਹਨਾਂ ਨੇ ਨਾਲ ਦੀ ਨਾਲ
ਡਿਕਟੇਟਰਸ਼ਿਪ ਦੀ ਮੰਗ ਕੀਤੀ ਆ ਵੀ ਇੱਥੇ ਡਿਕਟੇਟਰਸ਼ਿਪ ਹੋਣੀ ਚਾਹੀਦੀ ਆ। ਮੈਂ ਇਹ ਗੱਲ ਉਹਨਾਂ ਨੂੰ ਪੁੱਛਣੀ ਵੀ ਚਾਹੁੰਦਾ ਤੇ ਉਹਨਾਂ ਨੂੰ ਦੱਸਣਾ ਵੀ ਚਾਹੁੰਦਾ ਕਿ ਬੀਬੀ ਜੀ ਤੁਸੀਂ ਹਾਲੇ ਲੋਕਤੰਤਰ ਦਾ ਆਨੰਦ ਮਾਣਿਆ, ਜਿਹੋ ਜਿਹੀ ਤੁਹਾਡੀ ਜੀਭ ਚੱਲਦੀ ਆ, ਜੇਕਰ ਤੁਸੀਂ ਡਿਕਟੇਟਰਸ਼ਿਪ ਵਾਲੇ ਕਿਸੇ ਮੁਲਕ 'ਚ ਹੁੰਦੇ ਤੇ ਹੁਣ ਤੱਕ ਤੁਸੀਂ ਕਦ ਦੇ ਤੁਹਾਡੇ ਭੋਗ ਪੈ ਚੁੱਕੇ ਹੋਣੇ ਸੀ ਤੇ ਕਦ ਦੇ ਤੁਸੀਂ ਟੰਗੇ ਜਾ ਚੁੱਕਾ ਹੋਣਾ ਸੀ। ਹੋਰ ਕੁਝ ਹੁੰਦਾ ਨਾ ਹੁੰਦਾ ਤੁਹਾਡੀ ਜੀਭ ਤਾਂ ਕਦੋਂ ਦੀ ਵੱਢ ਕੇ ਸੁੱਟ ਦਿੱਤੀ ਹੋਣੀ ਸੀ। ਦੇਖੋ ਲੋਕਤੰਤਰ ਦੀ ਜੋ ਖਾਸੀਅਤ ਆ ਇਹ ਉਹਨਾਂ ਲੋਕਾਂ ਦੇ ਕੋਲੋਂ ਤੁਸੀਂ ਪੁੱਛ ਸਕਦੇ ਆ ਜਿਹੜੇ ਕਦੇ ਕੁਝ ਅਜਿਹੇ ਮੁਲਕਾਂ ਦੇ ਵਿੱਚ ਰਹੇ ਹੋਣ ਜਿੱਥੇ ਰਾਜਾਸ਼ਾਹੀ ਹੁੰਦੀ ਆ, ਜਿੱਥੇ ਅਪੀਲ, ਵਕੀਲ, ਦਲੀਲ ਤੇ ਜ਼ੁਬਾਨ ਲਈ ਕੋਈ ਵੀ ਕਾਨੂੰਨ, ਕੋਈ ਵੀ ਨਿਯਮ ਨਹੀਂ ਹੁੰਦਾ। ਜਿਹੜੇ ਲੋਕ ਇਸ ਮੁਗਾਲਤੇ 'ਚ ਨੇ ਉਹਨਾਂ ਨੇ ਅਸਲ ਦੇ ਵਿੱਚ ਨਾ ਤੇ ਲੋਕਤੰਤਰ ਦੀ ਸਮਝ ਹੈ, ਬਿਲਕੁਲ ਨਾ ਹੀ ਉਹਨਾਂ ਨੂੰ ਡਿਕਟੇਟਰਸ਼ਿਪ ਦਾ ਪਤਾ ਹੈ। ਤੁਸੀਂ ਇੱਕ ਗੱਲ ਨੂੰ ਹਰਪ੍ਰੀਤ ਜੀ ਜਰਾ ਉਲਟਾ ਕੇ ਦੇਖੀਏ ਜੀ, ਇਹਨਾਂ ਲੋਕਾਂ ਨੂੰ, ਇਹਨਾਂ ਲੀਡਰਾਂ ਨੂੰ ਅਸੀਂ 5 ਸਾਲ ਲਈ ਚੁਣਦੇ ਹਾਂ ਜੀ। ਇਹਨਾਂ ਨੂੰ ਪਤਾ ਆ ਕਿ ਇਹ ਸਿਰਫ 5 ਸਾਲ ਦੇ ਸ਼ਾਸਕ ਨੇ, ਉਸ ਤੋਂ ਬਾਅਦ ਇਹਨਾਂ ਨੂੰ ਫਿਰ ਤੋਂ ਲੋਕਾਂ ਦੀ ਕਚਹਿਰੀ ਦੇ ਵਿੱਚ ਆਉਣਾ ਪੈਣਾ ਆ। ਬਿਲਕੁਲ ਇੰਨਾ ਡਰ ਹੋਣ ਦੇ ਬਾਵਜੂਦ, ਸਿਰਫ ਔਰ ਸਿਰਫ 5 ਸਾਲ ਦੇ ਲਈ ਚੁਣੇ ਹੋਣ ਦੇ ਬਾਵਜੂਦ ਇਹ ਘੱਟ ਨਹੀਂ ਗੁਜ਼ਾਰਦੇ। ਕਿਹੜਾ ਇਹ ਹੱਥ ਕੰਡਾ ਆ ਜਿਹੜਾ ਇਹ ਨਹੀਂ ਵਰਤਦੇ ਲੋਕਾਂ ਨੂੰ ਲੁੱਟਣ ਦਾ, ਕੁੱਟਣ ਦਾ, ਕਮਾਉਣ ਦਾ, ਬਿਲਕੁਲ ਤੇ ਕਾਨੂੰਨਾਂ ਦੇ ਵਿੱਚ ਹੇਰਾਫੇਰੀ ਕਰਨ ਦਾ, ਚਾਹੇ ਉਹ ਬਿਜ਼ਨਸ ਬਣਾਉਣੇ ਹੋਣ ਤੇ ਚਾਹੇ ਉਹ ਵੋਟਾਂ ਬਣਾਉਣੀਆਂ ਹੋਣ ਤੇ ਚਾਹੇ ਉਹ ਅਗਲੀ ਵਾਰ ਦੀ ਰਾਜਨੀਤੀ ਲਈ ਖੜੇ ਹੋਣਾ ਹੋਵੇ ਜੀ। ਨਵੀਆਂ ਬਣੀਆਂ ਹੋਈਆਂ ਪਾਰਟੀਆਂ, ਜਿਹੜੀ ਤੁਹਾਡੀ ਆਮ ਆਦਮੀ ਪਾਰਟੀ ਆ, ਇਹਨਾਂ ਨੇ ਸੰਵਿਧਾਨ ਦੇ ਵਿੱਚ ਸੋਧ ਕਰਕੇ ਆਪਣੇ ਪ੍ਰਧਾਨ ਨੂੰ ਤੀਸਰੀ ਵਾਰ ਲਈ ਕਨਵੀਨਰ ਦੁਬਾਰਾ ਲਾ ਦਿੱਤਾ ਤੇ ਜਿਹੜੀ ਬੀਬੀ ਲੋਕਤੰਤਰ ਦੀ ਥਾਂ ਤੇ ਡਿਕਟੇਟਰਸ਼ਿਪ ਨੂੰ ਵਧੀਆ ਮੰਨ ਰਹੀ ਆ, ਉਹ ਸੋਚੇ ਫਿਰ ਇਹ 5 ਸਾਲ ਵਾਲੇ ਸਾਡੇ ਨਾਲ ਇਹ ਕਹਿਰ ਗੁਜ਼ਾਰਦੇ ਨੇ ਤੇ ਜੇ ਸਾਰੀ ਜ਼ਿੰਦਗੀ ਵਾਲਾ ਕੋਈ ਰਾਜਾ ਬੈਠਾ ਹੋਵੇ ਤੇ ਉਹ ਤੁਹਾਨੂੰ ਬੋਲਣ ਦਊ ਜੀ। ਸੋ ਇਹ ਜਿਹੜੀਆਂ ਗੱਲਾਂ ਨੇ ਧਿਆਨ ਮੰਗਦੀਆਂ ਨੇ। ਬਹੁਤ ਹੀ ਘਟੀਆ ਦਰਜੇ ਦੀ ਬਿਆਨਬਾਜ਼ੀ ਬੀਬੀ ਨੇ ਕੀਤੀ ਆ, ਬਹੁਤ ਹੀ ਮੰਦਭਾਗੀ ਗੱਲ ਆ। ਪਰ ਗੱਲ ਇਹ ਆ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜੀ ਆ ਉਹ ਜਿੰਨੀ ਘੱਟ ਤਵੱਜੋ ਦਿੱਤੀ ਜਾਵੇ ਉਨੀ ਚੰਗੀ ਗੱਲ ਆ। ਅਸੀਂ ਇਹ ਅਕਸਰ ਕਹਿੰਦੇ ਆ, ਪਰ ਫਿਰ ਦਰਸ਼ਕ ਕਹਿਣਗੇ ਕਿ ਤੁਸੀਂ ਕਿਉਂ ਬੋਲ ਰਹੇ ਆ। ਪਰ ਇਹਦਾ ਮੁਲਾਂਕਣ ਵੀ ਕਰਨਾ ਜ਼ਰੂਰੀ ਆ ਤੇ ਇਹਨਾਂ ਬਾਰੇ ਦੱਸਣਾ ਵੀ ਜ਼ਰੂਰੀ ਆ। ਸਮਾਂ ਜ਼ਰੂਰ ਖਤਮ ਹੋ ਗਿਆ, ਪਰ ਨਾਲ ਦੀ ਨਾਲ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ। ਅੱਜ ਜਿਨ੍ਹਾਂ ਨੂੰ ਇਹ ਗੱਲ ਹਜਮ ਨਹੀਂ ਹੋਈ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਨਾਮ ਮੇਰੀ ਨਜ਼ਰ ਦੇ ਵਿੱਚ ਖੇਤੀ ਮੰਤਰੀ ਦਾ ਵੀ ਸੀ। ਬਿਲਕੁਲ ਉਹਨਾਂ ਨੇ ਵੀ ਇਹੀ ਗੱਲ ਕਹੀ ਅੱਜ ਕਿ ਅਸੀਂ ਇੱਕ ਚੰਗੇ ਕਾਨੂੰਨ ਲੈ ਕੇ ਆਏ ਸੀ ਤੇ ਕਿਸਾਨਾਂ ਨੂੰ ਉਹ ਕਾਨੂੰਨ ਜਿਹੜੇ ਆ ਪਸੰਦ ਨਹੀਂ ਆਏ ਤੇ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ। ਉਹਨਾਂ ਨੂੰ ਚਾਹੀਦਾ ਆ ਕਿਤੇ ਇਕੱਲੇ ਬੈਠ ਕੇ ਠੰਡੇ ਪਾਣੀ ਦੇ 2 ਗਲਾਸ ਪੀ ਕੇ ਉਹਨਾਂ 11 ਮੀਟਿੰਗ ਨੂੰ ਯਾਦ ਕਰਨ ਜਿਹੜੀਆਂ ਉਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਕੀਤੀਆਂ, ਜਿੱਥੇ ਉਹਨਾਂ ਨੇ ਕੱਲਾ ਸ਼ਬਦ ਤੁਹਾਡੀ ਝੋਲੀ 'ਚ ਵੀ ਪਾਇਆ ਸੀ, ਤੁਹਾਡੇ ਖਾਨੇ 'ਚ ਵੀ ਪਾਇਆ ਸੀ। ਤੇ ਜਦੋਂ ਤੁਸੀਂ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਕਹਿੰਦੇ ਸੀ ਕਿ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ, ਅਸੀਂ ਸਾਰੀਆਂ ਗੱਲਾਂ ਮੰਨ ਲੈਂਦੇ ਹਾਂ, ਬਸ ਤੁਸੀਂ ਕਾਨੂੰਨਾਂ ਦਾ ਖਾਲੀ ਡੱਬਾ ਰਹਿਣ ਦਿਓ, ਤੇ ਹੁਣ ਤੁਸੀਂ ਕਹਿੰਦੇ ਆ ਕਿ ਤੁਸੀਂ ਇਹਨਾਂ ਨੂੰ ਸਮਝਾ ਨਹੀਂ ਪਾਏ। ਸੋ ਗੱਲ ਇਹ ਆ ਕਿ ਸਰਕਾਰ ਬਹੁਤ ਦੇਰ ਨਾਲ ਪਰਤੀ ਆ, ਬਹੁਤ ਚੰਗਾ ਹੋਇਆ ਕਿ ਪਰਤ ਆਈ ਆ, ਗੁਰਪੁਰਬ ਦੇ ਮੌਕੇ ਤੇ ਪਰਤੀ ਆ। ਇਸ ਕਰ ਦੀ ਹੋਰ ਵੀ ਸਾਰੇ ਪੰਜਾਬ ਨੂੰ, ਸਾਰੀ ਪੰਜਾਬੀਆਂ ਨੂੰ, ਸਾਰੀ ਦੁਨੀਆ ਨੂੰ ਇਸ ਗੱਲ ਦੀ ਜਿਹੜੀ ਆ ਉਹ ਵਧਾਈ ਆ। ਆਸ ਕਰਦੇ ਆ ਕਿ ਸਰਕਾਰ ਇੱਥੋਂ ਵੱਡਾ ਯੂ ਟਰਨ ਲੈ ਲਵੇ, ਸਾਰੇ ਹੀ ਮਸਲਿਆਂ ਦਾ ਹੱਲ ਸਾਡੇ ਮੁਲਕ ਦੀਆਂ ਸਕੀਮਾਂ ਦੇ ਤਹਿਤ, ਸਾਡੇ ਮੁਲਕ ਦੇ ਹਾਲਾਤਾਂ ਦੇ ਮੱਦੇ ਨਜ਼ਰ ਰਹਿ ਕੇ ਕਰੇ ਤੇ ਫਿਰ ਵੋਟਾਂ ਦੀ ਕੋਈ ਸਮੱਸਿਆ ਨਹੀਂ ਆ। ਲੋਕਾਂ ਨੇ ਵੋਟਾਂ ਤੇ ਪਾਉਣੀਆਂ ਨੇ, ਜਿਹਨੂੰ ਕਹੋਗੇ ਉਹਨਾਂ ਨੂੰ ਪਾ ਦੇਣਗੇ। ਗੱਲ ਇਹ ਆ ਕਿ ਸਰਕਾਰ ਜਿਹੜੀ ਆ ਉਹ ਲੁਕਾਈ ਦੀ ਹੋਣੀ ਚਾਹੀਦੀ ਹੈ। ਧੰਨਵਾਦ ਜੀ ਸ਼ਰਮਾ ਜੀ। ਮੁੱਦੇ ਹੋਰ ਨੇ ਪਰ ਕਿਉਂਕਿ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦਿੰਦਾ, ਇਸ ਲਈ ਤੁਹਾਡੇ ਤੋਂ ਅਸੀਂ ਵਿਦਾ ਚਾਹਾਂਗੇ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ। ਨਵੇਂ ਮੁੱਦਿਆਂ ਤੇ ਨਵੀਂ ਚਰਚਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।